ਸਾਖੀ 16ਵੀਂ। ਖਾਨੂ ਛੁਰਾ ਆਦਿ। ਨਾਮਦਾਨ ਤਾਂ ਹਰ ਸਿੱਖ ਨੂੰ ਮਿਲਦਾ ਸੀ। ਬਾਣੀ ਦਾ ਅਭਿਆਸ ਤੇ ਪੜ੍ਹਨ ਸੁਣਨ ਦੀ ਦਾਤ ਨਾਲ ਮਿਲਦੀ ਸੀ, ਪਰ ਕੁਛ ਨਾ ਕੁਛ ਹੋਰ ਉਪਚਾਰ ਸ਼ੁਭ ਕਰਤੱਵ ਵੀ ਨਾਲ ਦਿੱਤਾ ਜਾਂਦਾ ਸੀ, ਜਿਸ ਨਾਲ ਅਮਲੀ ਤੌਰ ਤੇ ਹਉਮੈ ਘਟੇ ਤੇ ਜੀਵ ਦਇਆ ਹਿਰਦੇ ਆ ਵਸੇ। ਪਰਸਪਰ ਵਰਤਾਓ ਇਨਸਾਨ ਨਾਲ ਹਿੱਤ ਵਾਲਾ ਹੋਵੇ, ਤਾਂ ਜੋ ਭਾਈਚਾਰਕ ਜੀਵਨ ਵੀ ਸੁਖਦਾਈ ਹੋ ਜਾਵੇ। ਪਰਸਪਰ ਵਰਤਾਓ ਇਨਸਾਨ ਨਾਲ ਹਿੱਤ ਵਾਲਾ ਹੋਵੇ, ਤਾਂ ਜੋ ਭਾਈਚਾਰਕ ਜੀਵਨ ਵੀ ਨਾਲ ਸੁਖਦਾਈ ਹੋ ਜਾਵੇ। ਇੱਕ ਦਿਨ ਖਾਨੂ, ਛੁਰਾ, ਤਾਰੂ, ਵੇਗਾ ਪਾਸੀ, ਉਗਰੂ, ਨੰਦੂ, ਸੂਦਨਾ, ਪੂਰੋ ਤੇ ਝੰਡਾ ਆਚਰਨੀ ਲੱਗੇ। ਇਹਨਾਂ ਨੂੰ ਉੱਪਰਲਾ ਉਪਦੇਸ਼ ਹੋ ਕੇ ਇਹ ਤਾਕੀਦ ਹੋਈ ਕਿ ਗੁਰਸਿੱਖਾਂ ਦੀ ਜੋ ਲੋੜਵੰਦ ਹੋਣ ਸੇਵਾ ਕਰਨੀ, ਭੁੱਖੇ ਨੂੰ ਪ੍ਰਸ਼ਾਦ ਛਕਾ ਕੇ ਛਕਣਾ। ਗੁਰਸਿੱਖ ਨਾਮ ਪ੍ਰੇਮੀ ਹੁੰਦੇ ਹਨ। ਨਾਮ ਪ੍ਰੇਮੀ ਦੀ ਅਸੀਸ ਜਗਤ ਵਿੱਚ ਵੀ ਬਰਕਤ ਪਾਉਂਦੀ ਹੈ ਤੇ ਨਾਮ ਬਾਣੀ ਵਿੱਚ ਸਫਲਤਾ ਲਾਉਂਦੀ ਹੈ। ਨਾਮ ਪ੍ਰੇਮੀ ਦੀ ਅਸੀਸ ਜਗਤ ਵਿੱਚ ਵੀ ਬਰਕਤ ਪਾਉਂਦੀ ਹੈ ਤੇ ਨਾਮ ਬਾਣੀ ਵਿੱਚ ਸਫਲਤਾ ਲਾਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 17ਵੀਂ। ਮਲੀਆ ਤੇ ਸਹਾਰੂ ਛੀਂਬੇ। ਇਸੇ ਤਰ੍ਹਾਂ ਮਲੀਆ ਤੇ ਸਹਾਰੂ ਛੀਂਬੇ ਦੋਵੇਂ ਉਪਦੇਸ਼ ਲੈਣ ਆਏ। ਨਾਮ ਬਾਣੀ ਦੀ ਦਾਤ ਮਿਲਣ ਪਰ ਉਹਨਾਂ ਨੂੰ ਤਾਕੀਦ ਹੋਈ ਕਿ ਲੋੜਵੰਦ ਸਿੱਖਾਂ ਦੇ ਬਸਤਰ ਸੀ ਦਿਆ ਕਰਨੇ, ਪੈਸੇ ਨਾ ਲੈਣੇ। ਉਹਨਾਂ ਦੀ ਅਸੀਸ ਨਾਲ ਤੁਸੀਂ ਉਜਲੇ ਹੋਵੋਗੇ, ਨਾਮ ਸਿਮਰਨ ਵਿੱਚ ਬਰਕਤ ਪਵੇਗੀ, ਤੁਸੀਂ ਵਸਤਰਾਂ ਦੀ ਮੈਲ ਕੱਢੋਗੇ। ਉਹਨਾਂ ਦੀ ਅਸੀਸ ਤੁਹਾਡੀ ਮਨ ਦੀ ਮੈਲ ਕੱਢੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 18ਵੀਂ। ਬੂਲਾ। ਬੂਲਾ ਨਾਮੇ ਇੱਕ ਪਾਂਧਾ ਸੀ ਪੜ੍ਹਿਆ ਹੋਇਆ। ਗੁਰੂ ਸ਼ਰਨ ਆ ਕੇ ਨਾਮ ਦਾ ਧਾਰਨੀ ਹੋ ਗਿਆ। ਉਸ ਨੇ ਬੇਨਤੀ ਕੀਤੀ ਕਿ ਆਪ ਜੀ ਸੇਵਾ ਦੀ ਆਗਿਆ ਸਿੱਖਾਂ ਪ੍ਰਤੀ ਕਰਦੇ ਹੋ। ਮੈਂ ਬ੍ਰਾਹਮਣ ਹਾਂ, ਮੈਥੋਂ ਸੇਵਾ ਕੋਈ ਨਹੀਂ ਲੈਂਦਾ। ਗੁਰੂ ਜੀ ਨੇ ਫਰਮਾਇਆ, ਤੇਰੀ ਸੇਵਾ ਤੇਰੀ ਯੋਗਤਾ ਅਨੁਸਾਰ ਹੈ। ਤੂੰ ਪੜ੍ਹਿਆ ਲਿਖਿਆ ਹੈ, ਤੇਰੀ ਸੇਵਾ ਇਸੇ ਵਿੱਚ ਹੀ ਲੁਕੀ ਪਈ ਹੈ। ਗੁਰਬਾਣੀ ਲਿਖਿਆ ਕਰ ਤੇ ਗੁਰਸਿੱਖਾਂ ਲੋੜਵੰਦਾਂ ਨੂੰ ਦੇ ਦਿਆ ਕਰ। ਕਿਸੇ ਤੋਂ ਮੁੱਲ ਕਿ ਲਿਖਾਈ ਦੀ ਕੀਮਤ ਨਾ ਲਿਆ ਕਰ। ਜੇ ਕੋਈ ਆਪੇ ਹਿੱਤ ਨਾਲ ਦੇ ਜਾਵੇ ਤਾਂ ਲੈ ਲਿਆ ਕਰੀ, ਤੇਰੀ ਗੁਜ਼ਰਾਨ ਵੀ ਟੁਰੀ ਰਹੇਗੀ। ਹੋਰ ਤੇਰੀ ਸੇਵਾ ਇਹ ਹੈ ਕਿ ਤੂੰ ਗੁਰਬਾਣੀ ਪੜ੍ਹਦਾ ਹੈ ਤੇ ਤੂੰ ਅਰਥ ਵਿਚਾਰ ਸਿੱਖੀ ਹੈ, ਸੋ ਗੁਰਬਾਣੀ ਦੀ ਕਥਾ ਕਰਿਆ ਕਰ। ਗੁਰੂ ਕੇ ਪ੍ਰੇਮ ਵਿੱਚ ਕਥਾ ਕਰਨੀ ਵਿਦਿਆ ਦੀ ਚਾਤਰੀ ਦੱਸਣ ਲਈ ਨਹੀਂ। ਗੁਰੂ ਕੇ ਪ੍ਰੇਮ ਵਿੱਚ ਕਥਾ ਕਰਨੀ ਵਿਦਿਆ ਦੀ ਚਾਤਰੀ ਦੱਸਣ ਲਈ ਨਹੀਂ। ਜੇ ਚਾਤਰੀ ਦੱਸਣ ਲਈ ਕਰੋਗੇ ਤਾਂ ਹਉਮੈ ਵਧੇਗੀ। ਗੁਰਬਾਣੀ ਦੀ ਕਥਾ ਹਰੀ ਦਾ ਜਸ ਕਰਨਾ ਹੈ। ਸਾਈਂ ਦਾ ਜਸ ਕਰਨੇ ਨਾਲ ਹਉਮੈ ਉਤਰਦੀ ਹੈ। ਕਥਾ ਵੀ ਭਾਈ ਸਾਈਂ ਦਾ ਗੁਣ ਗਾਇਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 19ਵੀਂ। ਡੱਲੇ ਤੋਂ ਵਿਦਾਇਗੀ। ਡੱਲੇ ਤੋਂ ਟੁਰਨ ਤੋਂ ਪਹਿਲੋਂ ਡੱਲੇ ਵਾਸੀਆਂ ਪ੍ਰਤੀ ਸਾਂਝਾ ਉਪਦੇਸ਼ ਹੋਇਆ ਕਿ ਨਾਮ ਬਾਣੀ ਕੀਰਤਨ ਦੇ ਨਾਲ ਸੰਗਰਾਂਦ, ਮੱਸਿਆ ਤੇ ਗੁਰਪੁਰਬ ਨੂੰ ਉਤਸ਼ਾਹ ਕੀਤਾ ਕਰੋ। ਕੀਰਤਨ ਕਰੋ, ਦਾਨ ਦਿਓ, ਕੜਾਹ ਪ੍ਰਸ਼ਾਦ ਕਰਕੇ ਅਰਦਾਸਾਂ ਕਰਕੇ ਵਰਤਾਓ। ਇੱਕ ਦੂਜੇ ਦੀ ਸਹਾਇਤਾ ਕਰੋ, ਸਦਾ ਸਦਗੁਣਾਂ ਨੂੰ ਧਾਰਨ ਕਰੋ। ਡੱਲਾ ਗੋਇੰਦਵਾਲ ਤੋਂ ਬਹੁਤ ਦੂਰ ਨਹੀਂ ਸੀ, ਪਰ ਪ੍ਰੇਮੀ ਸਿੱਖ ਵੀ ਵਿਛੜਨ ਵੇਲੇ ਵੈਰਾਗਵਾਨ ਹੋ ਗਏ। ਸਤਿਗੁਰੂ ਜੀ ਸਭ ਨੂੰ ਪਿਆਰ ਦਿਲਾਸਾ ਦਿੰਦੇ, ਅਸੀਸਾਂ ਨਾਲ ਨਿਹਾਲ ਕਰਦੇ ਤੁਰ ਪਏ ਤੇ ਮੁੜ ਆ ਗੋਇੰਦਵਾਲ ਨੂੰ ਭਾਗ ਲਾਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਾਖੀ 20ਵੀਂ ਭਿੱਖਾ। ਸੁਲਤਾਨਪੁਰ ਵਿੱਚ ਇੱਕ ਭਾਟ ਰਹਿੰਦਾ ਸੀ, ਜੋ ਚੰਗਾ ਵਿਦਵਾਨ, ਕਵੀ, ਉੱਚ ਆਚਰਣੀ ਤੇ ਵਿਰਾਗੀ ਸ਼ੋਅ ਵਾਲਾ ਸੀ। ਇਸ ਦਾ ਨਾਮ ਸੀ ਭਿੱਖਾ। ਇਸ ਸੰਸਾਰ ਵਿੱਚ ਮਨੁੱਖਾਂ ਦੀ ਵਰਤੋਂ ਵਿੱਚ ਨੇਕੀ ਦੇ ਬਦਲੇ ਬਦੀ, ਭਲਿਆਂ ਦੀ ਸਰਲਤਾ ਤੋਂ ਲਾਭ ਲੈਣ ਲਈ ਵਿਸਾਘਾਤ ਤੇ ਕਪਟ ਛਲ ਦੇਖ ਦੇਖ ਉਦਾਸ ਹੁੰਦਾ ਵਾਹਿਗੁਰੂ ਦੇ ਮਿਲਾਪ ਦੀ ਸਿੱਕ ਵਿੱਚ ਅੱਪੜ ਪਿਆ। ਅੰਤ ਉਦਾਸ ਹੋ ਕੇ ਘਰ-ਬਾਰ ਦਾ ਤਿਆਗ ਕਰਕੇ ਦੇਸ਼ਾਂਟਨ ਨੂੰ ਨਿਕਲ ਪਿਆ। ਤੀਰਥਾਂ ਪਰ ਗਿਆ, ਜਿੱਥੇ ਜਿੱਥੇ ਪੰਡਤ, ਸਾਧੂ, ਸੰਤ, ਸੰਨਿਆਸੀ, ਵੈਰਾਗੀ ਸੁਣੇ, ਉੱਥੇ ਉੱਥੇ ਪੁੱਜ ਕੇ ਗਿਆ ਤੇ ਸਤਸੰਗ ਕੀਤੇ। ਅੰਤ ਉਸ ਨੂੰ ਇੱਕ ਗੁਰਸਿੱਖ ਮਿਲ ਪਿਆ। ਉਸ ਦੀ ਕਰਨੀ, ਰਹਿਣੀ, ਸਰਲਤਾ ਤੇ ਸਹਿਜ ਰੰਗ ਵਿੱਚ ਘਾਲਣਾ ਦੇਖ ਕੇ ਪੁੱਛਣਾ ਕੀਤੀ। ਉਸ ਨੇ ਸਤਿਗੁਰੂ ਜੀ ਦਾ ਪਤਾ ਦਿੱਤਾ। ਸਤਿਗੁਰੂ ਦਾ ਜਸ ਸੁਣ ਕੇ ਉਹ ਅਚਰਜ ਹੋ ਗਿਆ ਕਿ ਮੇਰੇ ਤੇ ਸਤਿਗੁਰੂ ਦੇ ਵਸੇਬੇ ਵਿਚਕਾਰੇ ਇੱਕ ਬਿਆਸਾ ਨਦੀ ਦਾ ਪਹਾੜ ਸੀ ਤੇ ਮੈਂ ਕਿਤੇ ਮੇਰੇ ਤੇ ਸਤਿਗੁਰੂ ਦੇ ਵਸੇਬੇ ਵਿਚਕਾਰੇ ਇੱਕ ਬਿਆਸਾ ਨਦੀ ਦਾ ਪਹਾੜ ਸੀ ਤੇ ਮੈਂ ਕਿੱਥੇ ਦੇਸ਼ ਪ੍ਰਦੇਸ਼ ਭਾਲਦਾ ਤੇ ਰੁਲਦਾ ਫਿਰਿਆ ਹਾਂ। ਮੈਨੂੰ ਕਿਉਂ ਪਹਿਲੋਂ ਸੋਝੀ ਨਾ ਪਈ। ਪਰ ਪਹਿਲੇ ਤਜਰਬੇ ਸਾਰੇ ਮਾੜੇ ਹੋਏ ਸਨ, ਇਸ ਲਈ ਸੋਚੀ ਪੈ ਗਿਆ। ਫੇਰ ਪ੍ਰਾਰਥਨਾ ਕੀਤੀ ਕਿ ਹੇ ਭਗਵਾਨ, ਮੈਂ ਗੋਇੰਦਵਾਲ ਗੁਰੂ ਕੀ ਸ਼ਰਨ ਜਾਵਾਂ ਕਿ ਨਾ। ਉਸ ਹਾਲਤ ਵਿੱਚ ਚਿੱਤ ਜੁੜ ਗਿਆ ਤੇ ਸੈਂਤ ਚੱਲਣੇ ਦੀ ਪ੍ਰਤੀਤ ਦਿੱਤੀ। ਸੋ ਦੇਸ਼ ਨੂੰ ਮੁੜ ਪਿਆ ਤੇ ਗੁਰੂ ਦਰਬਾਰ ਵਿੱਚ ਪਹੁੰਚਾ। ਲੰਗਰ ਦਾ ਪ੍ਰਸ਼ਾਦ ਛਕ ਕੇ ਹਾਜ਼ਰ ਹੋਇਆ। ਦਰਸ਼ਨ ਦੇਖ ਕੇ ਜੀ ਠਰ ਗਿਆ। ਫਿਰ ਪ੍ਰਸ਼ਨ ਉੱਤਰ ਕੀਤੇ, ਦਿਲ ਦੇ ਸੰਸੇ ਕਹੇ, ਉੱਤਰ ਸੁਣੇ। ਤਦ ਪੁਰਾਣੇ ਖਿਆਲ ਉਖੜੇ, ਨਵਾਂ ਉਤਸ਼ਾਹ ਭਰ ਗਿਆ। ਨਾਮ ਦੀ ਮਹਿਮਾ ਤੇ ਗੁਰੂ ਵਿਅਕਤੀ ਵਿੱਚ ਨਾਮ ਦੇ ਪ੍ਰਤੱਖ ਸੁਭਾਵ ਨਾਲ ਪ੍ਰਭਾਵਿਤ ਹੋ ਕੇ ਚਰਨ ਸ਼ਰਨ ਪੈ ਗਿਆ। ਸਤਿਗੁਰ ਦਿਆਲ ਨੇ ਨਾਮਦਾਨ ਦਿੱਤਾ। ਭਿੱਖੇ ਨੂੰ ਨਵਾਂ ਜੀਵਨ ਪ੍ਰਾਪਤ ਹੋ ਗਿਆ। ਨਿਰਾ ਨਾਮ, ਨਾਮ ਮਾਤਰ, ਸੰਗਿਆ ਮਾਤਰ ਨਾਮ ਪਦਾਰਥ ਬਖਸ਼ਿਆ। ਭਿੱਖੇ ਨੂੰ ਨਾਮ ਰਤਨ ਲੱਭ ਪਿਆ। ਭਿੱਖਾ ਭਿਖਾਰੀ ਨਾ ਰਿਹਾ, ਨਾਮ ਧਨ ਵਾਲਾ ਹੋ ਗਿਆ। ਉਸ ਦੀ ਆਤਮਾ ਵਿੱਚੋਂ ਆਤਮ ਉਤਸ਼ਾਹ ਜਾਗ ਪਿਆ। ਆਤਮ ਵਸਤੂ ਜੋ ਮਨ ਦੀ ਸੰਸੇ ਬਿਰਤੀਆਂ ਦੇ ਵਿਖੇਪ ਵਿਵੇਕ ਆਵਰਣ ਵਿੱਚ ਵਿਆਕੁਲ ਸੀ, ਚਮਕਾਰਾ ਮਾਰ ਉੱਠੀ। ਜੀਵਨ ਪਦ ਪ੍ਰਾਪਤ ਹੋ ਗਿਆ। ਜੀਵ ਤੱਤ ਬ੍ਰਹਮ ਤੱਤ ਦੀ ਛੋਹ ਵਿੱਚ ਆ ਕੇ ਸਤਿਆ ਸਰੂਪ ਨੂੰ ਪ੍ਰਾਪਤ ਹੋ ਗਿਆ। ਭਿੱਖਾ ਫੇਰ ਸੁਲਤਾਨਪੁਰ ਆਪਣੇ ਘਰ ਜਾ ਰਿਹਾ ਤੇ ਵਾਹਿਗੁਰੂ ਪ੍ਰੇਮ ਵਿੱਚ ਵੱਧਦਾ ਗੁਰਮੁਖ ਜੀਵਨ ਬਸਰ ਕਰਦਾ ਰਿਹਾ। ਇਸ ਕਵੀ ਨੇ ਆਪਣਾ ਨਿੱਜ ਦਾ ਤਜਰਬਾ ਤੇ ਪ੍ਰਾਪਤੀ ਹੇਠ ਲਿਖੇ 2 ਸਵਈਆਂ ਵਿੱਚ ਦਿੱਤੀ ਹੈ। ਇਹ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ। ਇੱਕ ਸਵਈਏ ਵਿੱਚ ਆਪਣੀ ਹਾਂਡ ਤੇ ਤਲਾਸ਼ ਦਾ ਇਉਂ ਜ਼ਿਕਰ ਕਰਦਾ ਹੈ, ਰਹਿਓ ਸੰਤ ਹੋ ਢੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਆ ਮੁਖੋਂ ਏ ਪੰਡਤ ਮਿੱਠੇ, ਬਰਸ ਏਕ ਹੋਂ ਫਿਰੋ, ਕਿਨੈ ਨਹੁ ਪਰਚੋ ਲਾਇਓ, कहते हो कहती सुनी, रहत को खुशी न आयो, हर नाम छोड़ दूजै लगे, तिनके गुण हो क्या कहो, गुरदय मिलायो भिखिया, जब तू रखै तिव रहो। एक होर सवैये विच जो कुछ गुरु तो प्राप्त होया, उस दी मानो तस्वीर खिंच के दसदा है। गुर ज्ञान अर ध्यान तत् स्यों तत् मिलावै, सच सच जानिए एक चितै लिव लावै, काम क्रोध वस कर पवन उडंत न धावै, निरंकार कै वसै देस हुक्म बुझ विचार पावै, कल माहे रूप करता पुरख
सो जाने जिन किछ कियो, गुर मिलियो सोए भिखा कहे, सहज रंग दर्शन दियो। अखीरली तुक विच कैसा साफ निज दा तजर्बा दसिया है। भिखा कहंदा है, मैनू ओ गुरु मिलिया है जिस दी महिमा मैं उपर कही है। मैनू सहज दे रंग विच दर्शन दिता है। भाव ਇਹ कि सहज अवस्था विच पूरा दिता है गुरु ने। भाव ਇਹ है कि सहज अवस्था विच पहुँचा दिता है गुरु ने। इसी प्रकार जिन्हां भट्टां दे सवैये हैं उन्हां दी घोख नाल विचार दसदी है कि ये विद्वान चरण शरण आके गुरु जी दी अलूहियत ईश्वरता दी अखी देखी साख भर रहे ते अपने तजर्बे तो गुरु भावना विच आए हन। वाहिगुरु जी का खालसा, वाहिगुरु जी की फतेह। साखी 21ਵੀਂ ਬਾਵਲੀ ਆਰੰਭ। ਸ੍ਰੀ ਗੁਰੂ ਜੀ ਉਂਝ ਤਾਂ ਨਿਜਾਨੰਦ ਵਿੱਚ ਮਗਨ ਰਿਹਾ ਕਰਦੇ ਸਨ, ਪਰ ਉਹ ਕਾਰ ਜੋ ਹੁਕਮ ਸੀ ਸਤਿਗੁਰ ਦਾ ਕਿ ਪਾਰ ਬ੍ਰਹਮ ਕਾ ਪੰਥ ਕਰਨਾ, ਉਹ ਸਦਾ ਯਾਦ ਰਹਿੰਦਾ ਸੀ। ਇਸ ਲਈ ਜੋ ਆਵੇ ਨਾਮਦਾਨ ਨਾਲ ਵਰੋਸਾਇਆ ਜਾਂਦਾ ਸੀ। ਇਸ ਆਤਮਦਾਨ ਤੋਂ ਸਿਵਾ ਗਰੀਬਾਂ ਲੋੜਵੰਦਾਂ ਦੀਆਂ ਥੋੜ੍ਹਾਂ ਵੀ ਪੂਰਨ ਹੁੰਦੀਆਂ ਸਨ। ਆਏ ਗਏ ਲਈ ਲੰਗਰ ਜਾਰੀ ਰਹਿੰਦਾ ਸੀ। ਗੋਇੰਦਵਾਲ ਪੱਤਣ ਦਾ ਸ਼ਹਿਰ ਹੋਣ ਕਰਕੇ, ਪੱਤਣ ਵੀ ਸ਼ਾਹੀ ਸੜਕ ਦਾ ਹੋਣ ਕਰਕੇ ਲੋੜਾਂ ਤੇ ਮੁਸਾਫਰਾਂ ਦਾ ਇਸ ਥਾਂ ਤੋਂ ਲਾਂਘਾ ਬਹੁਤ ਸੀ। ਗੁਰੂ ਕਾ ਲੰਗਰ ਸਭ ਲਈ ਖੁੱਲ੍ਹਾ ਸੀ। ਬਿਨਾਂ ਜਾਤ ਪਾਤ ਧਰਮ ਦੀਨ ਪੁੱਛੇ ਦੇ ਅੰਨਦਾਨ ਹੁੰਦਾ ਸੀ। ਸੰਗਤਾਂ ਜੋ ਕੁਛ ਲਿਆਉਂਦੀਆਂ ਇਉਂ ਖਰਚ ਹੁੰਦਾ, ਸਫਲ ਹੁੰਦਾ ਰਹਿੰਦਾ ਸੀ। ਗੋਇੰਦਵਾਲ ਆਪ ਦੇ ਟਿਕ ਜਾਣ ਕਰਕੇ ਵੀ ਰੌਣਕ ਵਧੇਰੀ ਫੜ ਗਿਆ। ਸੰਗਤਾਂ ਦੀ ਵੀ ਰੌਣਕ ਰਹਿੰਦੀ ਸੀ ਤੇ ਮੁਸਾਫਰਾਂ ਦਾ ਭੀੜ ਭੜੱਕਾ ਸੀ। ਥੁੜ ਰਹਿੰਦੀ ਸੀ ਤਾਂ ਮਕਾਨੀਅਤ ਦੀ। ਕਈ ਵੇਰ ਖੂਹ ਘੱਟ ਹੋਣ ਕਰਕੇ ਪਾਣੀ ਦੀ ਥੁੜ ਵੀ ਹੋ ਜਾਂਦੀ ਸੀ। ਚਾਹੇ ਨਦੀ ਪਾਸ ਵਗਦੀ ਸੀ, ਪਰ ਨਦੀ ਦਾ ਪਾਣੀ ਗੰਧਲਾ ਹੋਣ ਕਰਕੇ ਬਿਨਾਂ ਯਤਨ ਪੀਣ ਦੇ ਅਰਥ ਨਹੀਂ ਆਉਂਦਾ ਸੀ। ਸ੍ਰੀ ਗੁਰੂ ਜੀ ਨੇ ਸਲਾਹ ਕੀਤੀ ਕਿ ਇੱਕ ਵੱਡਾ ਖੂਹ ਲਵਾਇਆ ਜਾਵੇ ਜਿਸ ਦਾ ਜਲ ਅਟੁੱਟ ਹੋਵੇ। ਹਲਟ ਵੀ ਚੱਲਣ, ਮਨੁੱਖ, ਮਾਲ, ਡੰਗਰ ਨੂੰ ਵੀ ਪਾਣੀ ਮਿਲ ਸਕੇ, ਇਸ਼ਨਾਨ ਨੂੰ ਵੀ ਖੁੱਲ੍ਹਾ ਮਿਲੇ ਤੇ ਇਹੋ ਟਿਕਾਣਾ ਭਜਨ ਪਾਠ ਪੂਜਾ ਲਈ ਵੀ ਸੁਹਾਵਣੀ ਠੰਡ ਵਾਲਾ ਹੋਵੇ। ਇਸ ਲਈ ਆਪ ਜੀ ਨੇ ਇੱਕ ਵੱਡੇ ਪੈਮਾਨੇ ਦੀ ਬਾਵਲੀ ਦਾ ਉਦਮ ਕੀਤਾ, ਜੋ ਇੱਕ ਪਾਸੇ ਤਾਂ ਖੂਹ ਵਾਂਗੂ ਹੋਵੇ ਤੇ ਉਸ ਪਰ ਹਲਟ ਚੱਲੇ। ਚਾਹੇ 2-3 ਹਲਟ ਵੀ ਚੱਲ ਪੈਣ ਤੇ ਇਉਂ ਮਨੁੱਖਾਂ ਡੰਗਰਾਂ ਦੇ ਪੀਣ ਲਈ, ਇਸ਼ਨਾਨ ਲਈ ਤੇ ਬਾਗ ਬਗੀਚੇ ਲਈ ਖੁੱਲ੍ਹਾ ਜਲ ਮਿਲੇ। ਦੂਜੇ ਪਾਸੇ ਵਿਸ਼ਾਲ ਪੌੜੀਆਂ ਦੁਆਰਾ ਜਲ ਤੱਕ ਪਹੁੰਚ ਹੋਵੇ। ਇਹਨਾਂ ਪੌੜੀਆਂ ਤੇ ਬੈਠਿਆ ਜਾ ਸਕੇ ਤੇ ਖੂਹ ਦੀ ਠੰਡ ਤੇ ਤਰਾਵਤ ਨਾਲ ਇੱਥੇ ਮੌਸਮ ਸੁਹਾਵਣਾ ਰਹੇ। ਪੌੜੀਆਂ ਖੁੱਲ੍ਹੀਆਂ ਹੋਣ ਕਰਕੇ ਇੱਥੇ ਬੈਠ ਕੇ ਭਜਨ ਪਾਠ ਹੋ ਸਕੇ, ਸਮਾਧੀ ਲੱਗ ਸਕੇ। ਕਵੀ ਜੀ ਲਿਖਦੇ ਹਨ, ਧਰਮ ਤੁਰੰਤਰ ਅਮਰ ਗੁਰ, ਸਦਾ ਚਹਿਤ ਉਪਕਾਰ, ਰਚਬੇ ਤੀਰਥ ਬਾਵਲੀ, ਸਿੱਖਿਅਨ ਹੇਤ ਉਧਾਰ। ਇਸ ਸ਼ੁਭ ਕਾਰਜ ਦੇ ਆਰੰਭ ਕਰਨ ਲਈ ਭਾਈ ਪਾਰੋ ਨੇ ਸਿੱਖਾਂ ਸੰਗਤਾਂ ਵੱਲ ਹੁਕਮਨਾਮੇ ਲਿਖੇ ਤੇ ਦੂਰ ਨੇੜੇ ਤੋਂ ਗੁਰੂ ਸਿੱਖ ਆ ਜੁੜੇ। ਰਵਾਇਤ ਹੈ ਕਿ ਕੱਤਕ ਦੀ ਪੁੰਨਿਆ ਵਾਲੇ ਦਿਨ ਇਹ ਕਾਰਜ ਆਰੰਭਿਆ ਗਿਆ। ਤਵਾਰੀਖ ਖਾਲਸਾ ਵਿੱਚ ਇਹ ਸੰਮਤ 1616 ਲਿਖਿਆ ਹੈ। ਬੰਸਾਵਲੀ ਨਾਮੇ ਵਿੱਚ ਇਹ ਸੰਮਤ 1613 ਬਿਕਰਮੀ ਦਿੱਤਾ ਹੈ। ਜਿਸ ਥਾਂ ਨੂੰ ਗੁਰੂ ਜੀ ਨੇ ਠੀਕ ਸਹੀ ਕੀਤਾ ਸੀ, ਉਹ ਮੁੱਲ ਲੀਤੀ ਗਈ ਤੇ ਸੰਗਤਾਂ ਦੇ ਭਾਰੀ ਸੰਗਠਨ ਵਿੱਚ ਭਾਈ ਬੁੱਢੇ ਜੀ ਦੇ ਹੱਥੀਂ ਟੱਕ ਲਵਾ ਕੇ ਕਾਰ ਆਰੰਭੀ ਗਈ। ਜੈਸਾ ਕਿ ਲਿਖਿਆ ਹੈ, ਸਤਿਗੁਰ ਖਰੇ ਕਰਾਵਤ ਕਾਰ, ਸੰਗਤ ਕਰਹਿ ਚੌਪ ਚਿਤ ਧਾਰ,
ਇਸ ਪ੍ਰਕਾਰ ਬਾਵਲੀ ਦੀ ਸੇਵਾ ਟੁਰ ਪਈ। ਸੰਗਤਾਂ ਪ੍ਰੇਮ ਨਾਲ ਕਾਰ ਕਰਦੀਆਂ ਸਨ, ਪਰ ਨਾਲ ਮਜ਼ਦੂਰੀ ਲੈ ਕੇ ਸੇਵਾ ਕਰਨ ਵਾਲੇ ਰਾਜ, ਮਜ਼ਦੂਰ, ਮਿਸਤਰੀ ਵੀ ਲੱਗੇ ਹੋਏ ਸਨ। ਆਪਣਿਆਂ ਵਿੱਚੋਂ ਸ੍ਰੀ ਰਾਮਦਾਸ ਜੀ, ਜੋ ਸ੍ਰੀ ਗੁਰੂ ਜੀ ਦੇ ਜਮਾਤੀ ਜੀ ਸਨ, ਸਭ ਤੋਂ ਵੱਧ ਕਾਰ ਵਿੱਚ ਲੱਗੇ ਰਹਿੰਦੇ ਸਨ। ਸ੍ਰੀ ਰਾਮਦਾਸ ਜੀ ਹੋ ਰਹੇ ਕਾਰਜ ਦੀ ਸਰਕਰਦਗੀ ਤੇ ਇੰਤਜ਼ਾਮ ਵੀ ਕਰਦੇ ਸੇ, ਪਰ ਕਦੇ ਪ੍ਰੇਮ ਵਿੱਚ ਮਗਨ ਹੋਏ ਟੋਕਰੀ ਵੀ ਆਪ ਫੜ ਲੈਂਦੇ ਸਨ। ਲਿਖਿਆ ਹੈ, ਆਪ ਇੱਕ ਵਾਰੀ ਸੇਵਾ ਵਿੱਚ ਮਗਨ ਟੋਕਰੀ ਢੋ ਰਹੇ ਸਨ ਕਿ ਲਾਹੌਰੋਂ ਸ਼ਰੀਕੇ ਦੇ ਕੁਝ ਸੱਜਣ ਆ ਗਏ। ਉਹਨਾਂ ਨੂੰ ਮੰਦਾ ਲੱਗਾ ਕਿ ਖੱਤਰੀ ਵੰਸ਼ ਹੋ ਕੇ ਸਾਡਾ ਭਾਈ ਸਹੁਰੇ ਘਰ ਐਸੀ ਨੀਵੀਂ ਕਾਰ ਕਰ ਰਿਹਾ ਹੈ। ਉਹ ਵੱਢ ਕੇ ਭਰੇ ਪੀਤੇ ਸ੍ਰੀ ਗੁਰੂ ਜੀ ਪਾਸ ਗਏ ਤੇ ਮਿੱਠੇ ਤਰੀਕੇ ਨਾਲ ਉਲਾਂਭਾ ਦਿੱਤਾ। ਸੁਣ ਕੇ ਸ੍ਰੀ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਭਾਈ ਰਾਮਦਾਸ ਨੇ ਸਿਰ ਮਿੱਟੀ ਦੀ ਟੋਕਰੀ ਨਹੀਂ ਚਾਈ, ਦੀਨ ਦੁਨੀ ਦਾ ਛਤਰ ਚਾਇਆ ਹੈ। ਪਰ ਉਹ ਮਾਇਆ ਪ੍ਰੇਮੀ ਨਾ ਸਮਝ ਸਕੇ, ਮੁਸਕਰਾ ਕੇ ਵਿਦਾ ਹੋ ਗਏ। ਇਸ ਪ੍ਰਕਾਰ ਬਾਵਲੀ ਦੀ ਕਾਰ ਜਾਰੀ ਰਹੀ। ਸ੍ਰੀ ਗੁਰੂ ਜੀ ਆਪ ਕਿਸੇ ਵੇਲੇ ਜਾ ਖੜੋਂਦੇ ਤੇ ਸੇਵਾ ਭਾਵ ਦੇਖਦੇ ਤੇ ਸ਼ੁਭ ਮੱਤਾਂ ਦੇ ਆਉਂਦੇ। ਸ੍ਰੀ ਰਾਮਦਾਸ ਜੀ ਦੀ ਘਾਲ ਤਾਂ ਸਭ ਕਿਸੇ ਨੂੰ ਦਿਸਦੀ ਸੀ, ਪਰ ਉਹਨਾਂ ਦੇ ਹਿਰਦੇ ਦੀ ਪ੍ਰੀਤ ਤੇ ਗੁਰੂ ਕੀ ਖੁਸ਼ੀ ਵਿੱਚ ਆਪ ਨੂੰ ਚੜ੍ਹਿਆ ਅੰਦਰ ਦਾ ਚਾਉ ਕੇਵਲ ਸਤਿਗੁਰੂ ਜੀ ਨੂੰ ਹੀ ਦਿਸਦਾ ਸੀ, ਜਿਸ ਦੀ ਪ੍ਰਤੀਤੀ ਨੂੰ ਭਗਤ ਵਸ਼ਲਤਾ ਦੇ ਰੰਗ ਵਿੱਚ ਆਪੇ ਹੀ ਸਿਆਣਦੇ ਤੇ ਮਾਣਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 22ਵੀਂ। ਮਾਈ ਦਾਸ ਤੇ ਮਾਣਕ ਚੰਦ। ਬੈਠੇ ਸਨ ਸ੍ਰੀ ਗੁਰੂ ਅਮਰਦਾਸ ਜੀ ਖੁਣੀ ਜਾ ਰਹੀ ਬਾਵਲੀ ਦੇ ਨੇੜੇ। ਆਪਣੀ ਸਿੱਖ ਸਭਾ ਵਿੱਚ ਬਾਵਲੀ ਦੀ ਕਾਰ ਵੇਖਦੇ ਇੱਕ ਸੱਜਣ ਪੁਰਖ, ਜੋ ਆਪਣੇ ਚਿਹਰੇ ਦੀ ਆਭਾ ਤੋਂ ਘਾਲੀ ਤੇ ਕਰਮ ਦਾ ਆਚਾਰੀ ਪ੍ਰਤੀਤ ਦਿੰਦਾ ਸੀ, ਆ ਗਿਆ। ਸਤਿਗੁਰ ਜੀ ਦੇ ਚੰਦ ਮੁਖ ਵੱਲ ਤੱਕਿਆ ਤੇ ਨੈਣ ਬੰਦ ਹੋ ਗਏ। ਇੱਕ ਝਲਕਾਰੇ ਹੀ ਮਗਨਤਾ ਛਾ ਗਈ। ਹੁਣ ਵਿਸਮੈ ਲੀਨ ਦੇ ਨੈਣ ਖੁੱਲਦੇ ਨਹੀਂ। ਇਸ ਦਾ ਨਾਮ ਸੀ ਮਾਈ ਦਾਸ। ਕਵੀ ਜੀ ਇਸ ਵਿਸਮੈ ਲੀਨ ਦਸ਼ਾ ਨੂੰ ਇਉਂ ਵਰਣਨ ਕਰਦੇ ਹਨ, ਮਾਈ ਦਾਸ ਬੈ ਸੁਨੋ ਦੇਖ, ਤਨ ਮਨ ਕੀ ਸੁਧ ਰਹੀ ਨਾ ਸੇਖ, ਹੇਰ ਸਰੂਪ ਮਸਤ ਹੋਏ ਰਹਿਓ, ਕਉ ਬਿਦ ਮੁਖ ਤੇ ਜਾਤ ਨਾ ਕਹਿਓ, ਮੁੰਦਰਤ ਕਰੇ ਬਿਲੋਚਨ ਜਬੈ, ਅੰਤਰ ਪੇਖਿਓ ਰੂਪ ਸੋ ਤਬੈ, ਕਿਤ ਕਬਾਰ ਨਹਿ ਨੈਣ ਉਘਾਰੇ, ਔਰ ਮੈਂ ਮੂਰਤ ਤਰਿਓ ਨਿਹਾਰੇ। ਫਿਰ ਜਦ ਨੈਣ ਖੁੱਲੇ ਤਾਂ ਗੁਰੂ ਅਮਰਦਾਸ ਜੀ ਆਪਣੇ ਸਰੂਪ ਵਿੱਚ ਜਗਮਗ ਕਰ ਰਹੇ ਨਜ਼ਰ ਪਏ। ਸ੍ਰੀ ਗੁਰੂ ਜੀ ਵੀ ਮਾਈ ਦਾਸ ਵੱਲ ਤੱਕੇ ਤੇ ਆਵਾਜ਼ ਦਿੱਤੀ, ਆਓ ਮਾਈ ਦਾਸ, ਆਓ ਭਗਤ ਜੀ, ਆ ਜਾਓ, ਆਓ ਬੈਠੋ। ਮਾਈ ਦਾਸ ਮਗਨੇ ਸਰੀਰ ਨਾਲ ਤੁਰਦਾ ਤੇ ਗੱਜ ਗਮਨ ਪੈਰ ਹੌਲੀ ਹੌਲੀ ਧਰਦਾ ਅੱਗੇ ਵਧਿਆ ਤੇ ਭਵਰੇ ਦੀ ਪ੍ਰੀਤ ਵਾਂਗ ਪ੍ਰੀਤ ਭਰਿਆ ਸੀਸ ਧਰ ਦਿੱਤੋ। ਸੋ ਚਰਨ ਕਮਲਾਂ ਤੇ ਸਤਿਗੁਰੂ ਜੀ ਨੇ ਸੀਸ ਤੇ ਹੱਥ ਧਰਿਆ, ਪਿਆਰ ਦਿੱਤਾ ਤੇ ਪੁੱਛਿਆ, ਕੁਸ਼ਲ ਸਹਿਤ ਹੋ ਭਗਤ ਜੀ? ਮਾਈ ਦਾਸ, ਆਪ ਦੇ ਪਾਵਨ ਦਰਸ਼ਨ ਨਾਲ ਹੁਣ ਸਰਵ ਕੁਸ਼ਲ ਹੋ ਗਈ ਹੈ। ਗੁਰੂ ਜੀ, ਭਗਤ ਤਾਂ ਸਦਾ ਕੁਸ਼ਲ ਹੁੰਦਾ ਹੈ। ਮਾਈ ਦਾਸ, ਸੱਚ ਫਰਮਾਇਆ ਨੇ, ਹੁਣੇ ਭਗਤੀ ਮਿਲੀ ਹੈ, ਕੁਸ਼ਲ ਹੁਣੇ ਨਾਲ ਹੀ ਮਿਲ ਗਈ ਹੈ। ਗੁਰੂ ਜੀ, ਤੇ ਭਗਤ ਜੀ ਪਿਛਲੀ ਭਗਤੀ? ਮਾਈ ਦਾਸ, ਪਿਛਲੀ ਬਿਤਾ ਦਿੱਤੀ ਨੇ ਤੇ ਨਵੀਂ ਵਿੱਚ ਪਹੁੰਚਾ ਦਿੱਤਾ ਨੇ, ਹੁਣ ਤਾਂ ਉਹ ਵੀ ਸਫਲਾਈ ਹੀ ਸਮਝਾਂ। ਗੁਰੂ ਜੀ, ਕੀ ਬਾਤ ਹੈ ਪਿਛਲੀ? ਮਾਈ ਦਾਸ, ਲੰਮਾ ਕਿੱਸਾ ਹੈ, ਖੇਚਲ ਨਾ ਹੋਵੇ ਤੇ ਕਿਰਪਾ ਪੂਰਵਕ ਸੁਣੋ ਤਾਂ ਸੰਖੇਪ ਕਰਕੇ ਸੁਣਾ ਦਿਆਂ। ਗੁਰੂ ਜੀ, ਹਾਂ ਮਾਈ ਦਾਸ, ਸੁਣਾ ਦੇ ਬਈ, ਹੱਡ ਬੀਤੀ। ਮਾਈ ਦਾਸ, ਇਹ ਮਾਇਆ ਰੂਪ, ਮੈਂ ਨਰੇਲੇ ਪਿੰਡ ਦਾ ਰਹਿਣ ਵਾਲਾ ਹਾਂ। ਆਪ ਜਾਣਦੇ ਹੀ ਹੋ, ਮਾਝੇ ਵਿੱਚ ਹੈ ਇਹ ਪਿੰਡ। ਛੋਟੀ ਉਮਰਾਂ ਤੋਂ ਚੇਟਕ ਲੱਗੀ
ਪਰਮਾਰਥ ਦੀ ਰਸਤਾ ਮਿਲਿਆ ਇੱਕ ਵੈਸ਼ਨਵ ਦੀ ਸ਼ੋਭਤ ਵਿੱਚ ਕ੍ਰਿਸ਼ਨ ਉਪਾਸਨਾ ਦਾ ਘਾਲ ਕੀਤੀ ਜੋ ਸਰ ਬਣ ਆਈ। ਸੰਜਮ ਧਾਰੇ, ਆਚਾਰ ਧਾਰਨ ਕੀਤੇ, ਖਾਣ ਪਾਣ ਕਰਮਕਾਂਡ ਅਨੁਸਾਰ ਬਣਾਏ, ਮਾਲਾ ਫੇਰੀ ਤੇ ਕੰਠੀ ਧਾਰੀ। ਜੋ ਕੁਛ ਕਰਨੇ ਯੋਗ ਸੀ ਕੀਤਾ, ਪਰ ਨਾ ਤਾਂ ਇਸ਼ਟ ਦੇਵ ਦੇ ਦਰਸ਼ਨ ਹੋਏ ਤੇ ਨਾ ਕਿਸੇ ਰੰਗ ਵਿੱਚ ਬਿਰਤੀ ਰਸਮਈ ਹੋਈ। ਕੁਛ ਚਿਰ ਬੀਤਿਆ ਹੈ ਕਿ ਆਪ ਦੇ ਪਿਆਰੇ ਕੁਝ ਸਿੱਖਾਂ ਨਾਲ ਮਿਲਣੇ ਦਾ ਅਵਕਾਸ਼ ਬਣਿਆ। ਉਹਨਾਂ ਦੀ ਬਿਰਤੀ ਦਾ ਟਿਕਾਓ, ਆਪ ਪਰ ਭਰੋਸਾ, ਪਰਮੇਸ਼ਵਰ ਤੇ ਨਿਸ਼ਠਾ, ਜਗਤ ਵਰਤਣ ਵਿੱਚ ਉਪਕਾਰ, ਆਪਣੀ ਰਹਿਣੀ ਵਿੱਚ ਸੁੱਚਤਾ ਦੇਖੀ। ਆਪ ਦੇ ਵੱਡੇ ਸਤਿਗੁਰਾਂ ਦੀ ਕੀਰਤੀ ਸੁਣੀ, ਬਾਣੀ ਵੀ ਕੰਨੀ ਪਈ। ਉਤਕੰਠਾ ਹੋ ਆਈ ਕਿ ਚਰਨ ਸ਼ਰਨ ਪ੍ਰਾਪਤ ਹੋ ਕੇ ਦਿਲ ਦੇ ਸ਼ੰਕੇ ਦੂਰ ਕਰਾਂ ਤੇ ਆਪਣੇ ਕੀਤੇ ਸਾਧਨਾ ਤੇ ਸਮਝੇ ਵਿਚਾਰੇ ਪੜ੍ਹੇ ਸਿਧਾਂਤਾਂ ਦੇ ਪ੍ਰਕਾਸ਼ ਵਿੱਚ ਆਪਣੇ ਮਾਰਗ ਨੂੰ ਸਮਝਾਂ, ਜੋ ਮੈਨੂੰ ਵੀ ਮਨੋਵਾਸ਼ਿਤ ਪ੍ਰਾਪਤ ਹੋ ਜਾਵੇ। ਇਸ ਭਾਵਨਾ ਨਾਲ ਹਾਜ਼ਰ ਹੋਇਆ, ਪਰ ਪਤਾ ਲੱਗਾ ਕਿ ਲੰਗਰ ਤੋਂ ਪ੍ਰਸ਼ਾਦ ਪਾਏ ਬਿਨਾਂ ਦਰਸ਼ਨ ਨਹੀਂ ਹੋ ਸਕਦੇ। ਮੈਂ ਫਿਰ ਆਪ ਦੇ ਲੰਗਰ ਦੀ ਮਰਿਆਦਾ ਦੇਖਣ ਗਿਆ ਤਾਂ ਕੀ ਡਿੱਠਾ ਕਿ ਇਸ ਥਾਂ ਜੋ ਭੋਜਨ ਤਿਆਰ ਹੁੰਦਾ ਹੈ ਉਹ ਉਸ ਸੁੱਚ ਸੰਜਮ ਵਿੱਚ ਨਹੀਂ ਜਿਸ ਨੂੰ ਮੈਂ ਤਦੋਂ ਸੁੱਚ ਸਮਝਦਾ ਹੁੰਦਾ ਸੀ। ਕੀ ਡਿੱਠਾ ਕਿ ਇੱਥੇ ਅੰਨ ਪਕਾਉਣ ਵਾਲੇ ਹਰ ਜਾਤੀ ਦੇ ਹਨ। ਪੰਕਤ ਸਭ ਜਾਤੀਆਂ ਦੀ ਇਕੱਠੀ ਲੱਗਦੀ ਹੈ। ਮੈਂ ਜਾਤਾ ਇਹ ਅੰਨ ਪਾ ਕੇ ਮੈਂ ਆਪਣੇ ਸੁੱਚ ਸੰਜਮ ਦੇ ਧਰਮ ਤੋਂ ਗਿਰ ਜਾਵਾਂਗਾ। ਇਸ ਲਈ ਜਿਸ ਦਰਸ਼ਨ ਦੇ ਆਦ ਵਿੱਚ ਆਪਣੇ ਧਰਮ ਤੋਂ ਗਿਰਾਓ ਹੋਵੇ, ਉਹ ਚਾਹੋ ਕਿਤਨਾ ਚੰਗਾ ਹੋਵੇ, ਧਾਰਨ ਨਾ ਕਰਾਂ ਤਾਂ ਠੀਕ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਮੈਂ ਮੁੜ ਘਰ ਚਲਾ ਗਿਆ, ਪਰ ਚਿੱਤ ਨੂੰ ਉੱਚੜ ਚਿੱਤੀ ਚੰਬੜੀ ਰਹੀ, ਚੈਨ ਨਾ ਲੈਣ ਦੇਵੇ। ਹਰ ਪਲ ਜਸਾ ਚੋਕ ਪਵੇ ਜਿਵੇਂ ਕੁਛ ਚੋਰੀ ਹੋ ਗਿਆ ਹੈ, ਜਾਂ ਹੱਥ ਆਇਆ ਕੁਛ ਚਲਾ ਗਿਆ ਹੈ, ਜਾਂ ਵਿਚਲ ਗਿਆ ਹੈ। ਕੁਝ ਸੌਰਦਾ ਚਰਨਾਂ ਵਿੱਚ ਚਿਲਬਿਲ ਹੋਵੇ। ਚੱਲ ਦੀ ਉਛਲ ਚਿੱਤ ਨੂੰ ਪੁੱਛਾਂ ਕਿੱਧਰ ਚੱਲ, ਪਰ ਪਤਾ ਨਾ ਲੱਗੇ। ਚੋਖਾ ਚਿਰ ਸੋਚ ਕੇ ਮੈਂ ਦਵਾਰਕਾ ਚੱਲਣ ਦੀ ਚਿਤਵ ਲਈ। ਚੱਲ ਹੀ ਪਿਆ। ਇੱਕ ਦਿਨ ਦੂਰ ਵਾਟਾਂ ਔਖੇ ਪੈਂਡੇ ਕਿਤੇ ਜਾ ਨੇੜੇ ਅਪੜਿਆ ਇੱਕ ਗਹਿਬਰ ਬਨ ਆ ਗਿਆ। ਏਕਾਦਸ਼ੀ ਦਾ ਵਰਤ ਸੀ। ਮੈਂ ਧਾਰਨ ਕੀਤਾ ਹੋਇਆ ਨਿਰਜਲ ਨਿਰਅੰਨ ਵਰਤ। ਵਰਖਾ ਉਤਰ ਪਈ। ਬਨ ਦੇ ਇੱਕ ਬਿਰਸ਼ ਦੀ ਖੋੜ ਵਿੱਚ ਖੜੋ ਕੇ ਵਰਖਾ ਤੋਂ ਬਚਾਓ ਕੀਤਾ ਤਨ ਦਾ। ਇੱਥੇ ਹੀ ਰਾਤ ਬੀਤੀ। ਦੁਆਦਸ਼ੀ ਆ ਗਈ। ਠੰਡ, ਭੁੱਖ, ਥਕਾਨ ਨੇ ਵਿਆਕੁਲ ਕਰ ਦਿੱਤਾ। ਮੈਂ ਜਾਤਾ ਆ ਗਈ ਏ ਲੈਣ, ਜੋ ਲੈ ਜਾਂਦੀ ਏ ਅੰਤ ਸਭ ਕਿਸੇ ਨੂੰ। ਬੇਹੋਸ਼ੀ ਦੇ ਰੰਗ ਲੰਘਣ, ਫੇਰ ਹੋਸ਼ ਪਰਤੇ। ਦਿਨ ਬੀਤਣ ਤੇ ਆ ਗਿਆ। ਦੁਆਦਸ਼ੀ ਵੀ ਇਕਾਦਸ਼ੀ ਵਾਂਗੂ ਨਿਰਜਲ ਨਿਰਅੰਨ ਲੰਘ ਗਈ। ਹੁਣ ਜਦ ਤਾਣ ਕੋਈ ਨਾ ਰਹੀ ਤੇ ਨਿਸੱਤਾ ਹੋ ਟੱਠਾ, ਤਾਂ ਕਿਸੇ ਨੇ ਆ ਜਗਾਇਆ, ਲਓ ਭਗਤ ਜੀ ਅੰਨ ਪਾਓ। ਮੈਂ ਸੁਣਿਆ ਹੋਇਆ ਸੀ ਅੰਨ ਪ੍ਰਾਣ ਹਨ, ਪਰ ਅੱਜ ਤਾਂ ਅੰਨ ਦੀ ਆਵਾਜ਼ ਨੇ ਹੀ ਪ੍ਰਾਣਾਂ ਵਿੱਚ ਤ੍ਰਾਣ ਭਰ ਦਿੱਤਾ। ਮੈਂ ਉੱਠਿਆ, ਪਰ ਅਭਾਗ। ਅੰਨ ਕੱਚਾ ਸੀ, ਦਾਲ ਭਾਤ ਸੀ। ਲਿਆਉਣ ਵਾਲੇ ਦੀ ਜਾਤ ਦਾ ਪਤਾ ਨਹੀਂ ਸੀ। ਅੰਨ ਪਿਆ ਸੀ, ਲਿਆਉਣ ਵਾਲਾ ਉੱਥੋਂ ਗੁੰਮ ਹੋ ਗਿਆ। ਪ੍ਰਾਣ ਰੱਖ ਧਰਮ ਹੈ, ਇਹ ਵੀ ਫੁਰਨਾ ਫੁਰੇ। ਪਰ ਫਿਰ ਚਿੱਤ ਨੇ ਕਿਹਾ, ਮਾਈ ਦਾਸ ਧਰਮ ਨਾ ਖੋ। ਇਹ ਅਨਿਸ਼ਚਿਤ ਕੱਚਾ ਅੰਨ ਖਾ ਕੇ ਜਾਨ ਬਚਾਉਣ ਨਾਲੋਂ ਤਾਂ ਨਾ ਖਾ ਕੇ ਧਰਮ ਸਹਿਤ ਮਰਨਾ ਸ੍ਰੇਸ਼ਟ ਹੈ। ਸੋ ਮੈਂ ਮਨ ਨੂੰ ਨਾ ਕਰ ਦਿੱਤੀ ਤੇ ਫੇਰ ਸੱਥਰ ਤੇ ਲੇਟ ਗਿਆ। ਕੁਛ ਚਿਰ ਮਗਰੋਂ ਫੇਰ ਕੋਈ ਆ ਗਿਆ ਤੇ ਬੋਲਿਆ, ਲਓ ਭਗਤ ਜੀ ਪੱਕਾ ਭੋਜਨ ਪਾਓ। ਹੁਣ ਉੱਠਣ ਤਾਣ ਹੋਰ ਘਟ ਗਿਆ ਸੀ। ਬਾਂਹ ਫੜ ਕੇ ਕਿਸੇ ਨੇ ਉਠਾ ਲਿਆ, ਪਰ ਉੱਠ ਕੇ ਮੈਂ ਕੀ ਦੇਖਦਾ ਹਾਂ ਕਿ ਪੱਕਾ ਭੋਜਨ ਤਾਂ ਪਿਆ ਹੈ, ਪਰ ਉੱਥੇ ਹੈ ਕੋਈ ਨਹੀਂ। ਹੁਣ ਸੋਚ ਫੁਰੇ ਕਿ ਇਸ ਬਨ ਵਿੱਚ ਕੌਣ ਹੈ
ਜੋ ਕੱਚੇ ਪੱਕੇ ਅੰਨ ਤਿਆਰ ਕਰਕੇ ਲਿਆ ਸਕਦਾ ਹੈ। ਕਦੇ ਸੋਚਾਂ ਕੋਈ ਯੋਗੀ ਹੋਸੀ ਬਨ ਵਿੱਚ, ਫਿਰ ਫੁਰਨਾ ਫੁਰੇ ਫੋਰ ਮਾਈ ਦਾਸ, ਫਿਰ ਫਰੋਟੀ ਖਾਨਾ ਵੇ ਫੂਹੜ ਮਾਈ ਦਾਸ, ਫਿਰ ਫਰੋਟੀ ਖਾਨਾ ਹੈ। ਕੌਣ ਇਹ ਕੁਛ ਕਰ ਸਕਣ ਵਾਲਾ? ਪਰ ਭਗਵਾਨ ਆਪ, ਹਾਂ ਭਗਵਾਨ ਆਪ। ਤਾਂ ਮੈਨੂੰ ਹੋਰ ਵੈਰਾਗ ਛਿੜ ਪਿਆ ਕਿ ਉਹ ਅੰਨ ਮੈਨੂੰ ਆਪ ਦੇ ਗਿਆ ਏ ਆਪਣੇ ਵਿਸ਼ਵੰਬਰ ਬਿਰਧ ਨੂੰ ਪਾਲਣ ਹੈ। ਪਰ ਉਹ ਮੇਰੇ ਤੋਂ ਪ੍ਰਸੰਨ ਨਹੀਂ ਹੋਣਾ। ਜੇ ਪ੍ਰਸੰਨ ਹੁੰਦਾ ਤਾਂ ਦਰਸ਼ਨ ਨਾ ਦੇ ਕੇ ਜਾਂਦਾ ਕਿ ਜਿਸ ਦਰਸ਼ਨ ਲਈ ਮੇਰੀ ਜਿੰਦ ਵਿਆਕੁਲ ਹੈ। ਦਰਸ਼ਨ ਦੇ ਕੇ ਜਿੰਦੜੀ ਨਾਲ ਲੈ ਜਾਂਦਾ। ਇਸ ਤੋਂ ਭਲਾ ਹੁੰਦਾ ਕਿ ਨਿਰਦਰਸ਼ਨ ਰੱਖ ਕੇ ਜਿੰਦ ਬਚਾਉਣ ਲਈ ਪੱਕਾ ਅੰਨ ਦੇਣ ਦੀ ਖੇਚੜ ਚੱਲੀਸ। ਪਰ ਕੌਣ ਜਾਣੇ ਉਸਦੇ ਕਰਨੇ ਉਹ ਜਾਣੇ। ਹੁਣ ਮੇਰੇ ਤੇ ਹੋਰ ਵੈਰਾਗ ਛਾ ਗਿਆ। ਮੈਂ ਤਾਂ ਹੀ ਮਾਰ ਡੁੰਨਾ। ਹੇ ਭਗਵਾਨ, ਦੇਹ ਦਰਸ਼ਨ। ਇਸ ਅੱਤ ਵਿਆਕੁਲਤਾ ਵਿੱਚ ਪਤਾ ਨਹੀਂ ਕੀ ਹੋਇਆ। ਹੋਸ਼ ਸੀ ਕਿ ਬੇਹੋਸ਼ੀ, ਜਾਗਤ ਸੀ ਕਿ ਸੁਪਨਾ। ਮੇਰੇ ਕੰਨਾਂ ਵਿੱਚ ਪ੍ਰਤੱਖ ਸੁਣੀਂਦੀ ਇੱਕ ਆਵਾਜ਼ ਪਈ। ਅੱਖਰ ਤਾਂ ਮੈਨੂੰ ਠੀਕ ਯਾਦ ਨਹੀਂ, ਭਾਵ ਯਾਦ ਹੈ ਜੋ ਇਸ ਪ੍ਰਕਾਰ ਸੀ। ਮਾਈ ਦਾਸ, ਪ੍ਰੇਮ ਤੇ ਨੇਮ ਦੋ ਚੀਜ਼ਾਂ ਹਨ। ਨੇਮ ਪ੍ਰੇਮ ਤੱਕ ਜਾਂਦਾ ਹੈ, ਅੱਗੋਂ ਦੇਸ਼ ਪ੍ਰੇਮ ਦਾ ਹੈ। ਪ੍ਰੇਮ ਤੇ ਨੇਮ ਦੋ ਚੀਜ਼ਾਂ ਹਨ। ਨੇਮ ਪ੍ਰੇਮ ਤੱਕ ਜਾਂਦਾ ਹੈ, ਅੱਗੇ ਦੇਸ਼ ਪ੍ਰੇਮ ਦਾ ਹੈ। ਉੱਥੇ ਪ੍ਰੇਮ ਉੱਤੇ ਨੇਮ ਸਦਕੇ ਕਰੀਦਾ ਹੈ। ਤੂੰ ਗੋਇੰਦਵਾਲ ਜਿੱਥੇ ਗਿਆ ਸੈਂ, ਦਰਸ਼ਨ ਤਾਂ ਉੱਥੇ ਸੀ, ਪ੍ਰਤੱਖ ਦਰਸ਼ਨ, ਉਹ ਜਿਸ ਨੂੰ ਪਾ ਕੇ ਤ੍ਰਿਪਤ ਹੋ ਜਾਂਦੋ। ਤੂੰ ਉੱਥੇ ਸੁੱਕਾ ਨੇਮ ਨਿਭਾਇਆ ਤੇ ਦਰਸ਼ਨ ਪ੍ਰੇਮ ਨੂੰ ਸਦਕੇ ਕਰ ਦਿੱਤਾ। ਹੁਣ ਦਰਸ਼ਨ ਕਿਉਂ ਟੋਲਦਾ ਹੈ? ਪ੍ਰੇਮ ਤਾਰ, ਉੱਥੇ ਜਾ, ਦਰਸ਼ਨ ਪ੍ਰਤੱਖ ਦਰਸ਼ਨ ਉੱਥੇ ਹੋ ਜਾਣਗੇ। ਫਿਰ ਆਵਾਜ਼ ਆਈ, ਦੇਖੋ ਗੁਰੂ ਅਮਰਦਾਸ ਫਰਮਾ ਰਹੇ ਹਨ, ਸਰਬ ਧਰਮਾਨ ਪ੍ਰਿਤਜ ਮਾਂ ਮੇਕ ਸ਼ਰਨ ਬ੍ਰਜ। ਇਹ ਆਵਾਜ਼ ਮੈਂ ਚੰਗੀ ਤਰ੍ਹਾਂ ਤ੍ਰੈ ਬਾਣੀ ਉਚਰਿੰਦੀ ਸੁਣੀਂਦੀ ਪ੍ਰਤੀਤ ਕੀਤੀ। ਤਦ ਮੇਰੇ ਮਨ ਕੰਘੀ ਵੱਜੀ ਕਿ ਮੈਂ ਕਿਹੜਾ ਭੁੱਲਾ ਰਿਹਾ। ਇਹ ਤੁਕ ਆਖਣ ਵਾਲਾ ਕ੍ਰਿਸ਼ਨ ਦੇਵ ਤਾਂ ਹੁਣ ਅਵਿਅਕਤ ਹੈ ਤੇ ਆਖਦਾ ਹੈ, ਸਾਰੇ ਧਰਮਾਂ ਨੂੰ ਛੱਡ ਦੇ, ਇੱਕ ਮੇਰੀ ਸ਼ਰਨ ਫੜ ਲੈ। ਹੈਂ, ਕੀ ਇਹ ਵਾਕ ਜਿਸ ਰੂਪ ਵਿੱਚ ਆਖਿਆ ਸਾਸੂ ਉਹ ਰੂਪ ਹੁਣ ਗੁਰੂ ਅਮਰਦਾਸ ਦਾ ਹੈ? ਜਿਸ ਹਾਲ ਵਿੱਚ, ਜਿਸ ਰੂਪ ਵਿੱਚ ਕਿਹਾ ਸਾਸੂ, ਉਹ ਰੂਪ ਤਾਂ ਹੁਣ ਉਸਦਾ ਹੈ ਨਹੀਂ, ਉਹ ਤਾਂ ਅਵਿਅਕਤ ਰੂਪ ਹੈ। ਹੁਣ ਉਹ ਕੀ, ਉਹ ਰੂਪ ਹੁਣ ਗੁਰੂ ਅਮਰਦਾਸ ਹੈ? ਤੇ ਮੈਂ ਭੁੱਲ ਕੀਤੀ ਹੈ ਕਿ ਮੈਂ ਸੰਜਾਤਾ ਨਾ, ਤੇ ਮੈਂ ਜਿਸ ਦੇ ਦਰਸ਼ਨ ਮੰਗਦਾ ਸਾਂ ਉਸ ਦੇ ਦਰਸ਼ਨ ਤੋਂ ਆਪ ਨੂੰ ਵਾਂਝ ਆਇਆ ਹਾਂ। ਤਾਂ ਤੇ ਮੈਂ ਹੁਣ ਉਸ ਕਠਨ ਰਸਤੇ ਪਵਾਂ ਜੋ ਅਵਿਅਕਤ ਦੀ ਪ੍ਰਾਪਤੀ ਦਾ ਹੈ। ਕਿਉਂਕਿ ਭਗਵਾਨ ਨੇ ਗੀਤਾ ਵਿੱਚ ਹੀ ਕਿਹਾ ਹੈ ਕਿ ਅਵਿਅਕਤ ਨਿਰਗੁਣ ਦਾ ਮਾਰਗ ਕਠਨ ਹੈ। ਸੋ ਮੈਂ ਹੁਣ ਅਵਿਅਕਤ ਦੀ ਪੂਜਾ ਕਰਾਂ ਕਿ ਗੋਇੰਦਵਾਲ ਬੈਠੇ ਉਸ ਪ੍ਰਤੱਖ ਭਗਵਾਨ ਦੇ ਪ੍ਰਤੱਖ ਦਰਸ਼ਨ ਕਰਾਂ। ਹਾਂ ਜੀਓ, ਤਦ ਇਹ ਮੇਰੀ ਭੁੱਲ ਮੈਨੂੰ ਸਾਖਿਆਤ ਹੋ ਦਿਸੀ। ਤਦ ਇਹ ਮੇਰੀ ਭੁੱਲ ਮੈਨੂੰ ਸਾਖਿਆਤ ਹੋ ਗਈ। ਤਦ ਮੈਂ ਪਹਿਲਾ ਭਰਮ ਇਹ ਤਿਆਗਿਆ ਕਿ ਉਹ ਭੋਜਨ ਜੋ ਕੋਈ ਧਰ ਗਿਆ ਸੀ ਮੈਂ ਖਾਧਾ ਤੇ ਆਪਣੇ ਸਰੀਰ ਵਿੱਚ ਤਾਣ ਭਰਿਆ। ਫਿਰ ਸਨੇ ਸਨੇ ਸਫ਼ਰ ਕਰਦਾ ਆਪ ਦੀ ਸ਼ਰਨ ਆ ਪ੍ਰਾਪਤ ਹੋਇਆ ਹਾਂ। ਪਹਿਲੋਂ ਆਪ ਦੇ ਦੈਵੀ ਲੰਗਰ ਦਾ, ਜੋ ਹੁਣ ਮੈਨੂੰ ਸਦਾ ਪਵਿੱਤਰ ਦਿਸਦਾ ਹੈ, ਅੰਨ ਪਾ ਕੇ ਸੁਖੀ ਹੋਇਆ ਹਾਂ ਤੇ ਹੁਣ ਸ਼ਰਨ ਆਇਆ ਹਾਂ। ਆਪ ਦੇ ਦਰਬਾਰ ਵੜਦਿਆਂ ਜਦ ਮੇਰੀ ਨਜ਼ਰ ਆਪ ਤੇ ਪਈ ਤਾਂ ਮੈਂ ਭੁਚੱਕ ਰਹਿ ਗਿਆ, ਕਿਉਂਕਿ ਮੈਨੂੰ ਆਪ ਪਿਤਾੰਬਰੀ ਵੇਸ ਵਿੱਚ ਮੋਰ ਮੁਕਟ ਸਜੇ ਮੇਰੇ ਅਰਾਧੇ ਇਸ਼ਟ ਦੇਵ ਹੋ ਕੇ ਦਿਸ ਪਏ। ਇਹ ਮੈਂ ਚੰਗੀ ਤਰ੍ਹਾਂ ਨਿਸ਼ਚੇ ਕੀਤਾ ਕਿ ਪ੍ਰਤੱਖ ਹੈ, ਝਾਮੜਾ ਮਾਤਰ ਨਹੀਂ। ਸੋ ਹੁਣ ਮੇਰਾ ਨਿਸ਼ਚਾ ਹੈ, ਹੇ ਭਗਵਾਨ, ਅਨਿਸ਼ਚੇ ਦੀ ਲੇਸ਼ ਮਾਤਰ ਅੰਸ਼ ਤੋਂ ਵੀ ਨਿਰਦਵੰਦ ਹੋ ਗਿਆ ਹੈ। ਜਦ ਮੈਂ ਆਪ ਦੇ ਉਸ ਆਪੇ ਅਰਾਧੇ ਰੂਪ ਨੂੰ ਦੇਖ ਤ੍ਰਿਪਤ ਹੋ ਗਿਆ ਤਾਂ ਆਪ ਜੀ ਮੈਨੂੰ ਗੁਰੂ ਅਮਰਦਾਸ ਜੀ ਹੋ ਦਿਸੇ ਹੋ। ਕਿਉਂ ਜੀ, ਆਪ ਹੋ ਨਾ, ਦੱਸ ਦਿਓ ਜੀ ਆਪ। ਸ੍ਰੀ ਗੁਰੂ ਜੀ ਮੁਸਕਰਾ ਪਏ। ਮਾਈ ਦਾਸ, ਹਾਂ ਜੀ, ਨਾ ਦੱਸੋ। ਹੁਣ ਦੱਸਣ ਪੁੱਛਣ ਦੀ ਲੋੜ ਨਹੀਂ। ਪ੍ਰਤੱਖ
ਕਿ ਪ੍ਰਮਾਣ ਪ੍ਰਤੱਖ ਹੋ ਗਿਆ ਹੈ। ਆਪ ਹੋ ਆਪ, ਨੈਣ ਮੁੰਦ ਕੇ ਕਦੇ ਨਾ ਡੋਲੇ ਮੇਰਾ ਇਹ ਨਿਸ਼ਚਾ। ਇਹ ਕਹਿੰਦਿਆਂ ਨੈਣੀ ਨੀਂਦ ਪਰ ਆਇਆ, ਸਰੀਰ ਨੂੰ ਪੁਲਕਾਵਲੀ ਹੋ ਗਿਆ ਹੋਵਾਈ। ਮਨ ਵਿੱਚ ਕੋਈ ਤਰੰਗ ਉੱਠੇ, ਉੱਚੇ ਭਾਵਾਂ ਦੇ ਤੇ ਭਗਤ ਜੀ ਬੋਲ ਉੱਠੇ, ਸ਼ਰਧਾ, ਪਿਆਰ ਤੇ ਸਿਫਤ ਸਲਾਹ ਵਿੱਚ ਭਰੇ ਹੋਏ, ਜੋ ਵਾਕ ਕਿ ਕਵੀ ਸੰਤੋਖ ਸਿੰਘ ਜੀ ਨੇ ਇਉਂ ਦਰਸਾਏ ਹਨ। ਮਹਾਰਾਜ ਰਾਜਾ ਪ੍ਰਤਾਪ ਬਿਰਾਜੈ, ਤੂੰ ਹੀ ਸਰਬ ਕੋ ਸੀਸ ਪਰ ਏਕ ਛਾਜੈ। ਕਨਾਨੰਦ ਗਿਆਨ ਮਨਿੰਦੈ ਨ ਕੋਈ, ਕਲੀ ਦੇਹ ਧਾਰਿਓ ਕਲਾ ਸਹਿਜ ਗੋਈ। ਗੁਰੂ ਰੂਪ ਹੋਏ ਤ੍ਰਿਤੀ ਥਾਨ ਸੋ ਹੈ, ਅਸੰਖੇ ਉਦਾਰੇ ਬਨੇ ਦਾਸ ਜੋ ਹੈ। ਨਈ ਰਿਤ ਸਿੱਖੀ ਬਿਥਾਰੀ ਉਦਾਰੀ, ਲਈ ਧਾਰ ਜਾਹੀ ਪਏ ਦੁਖ ਹੈ ਪਾਰੀ। ਸਦਾ ਸਦਾ ਜੈ ਸਦਾ ਜੈ ਸਦਾ ਜੈ ਗੁਸਾਈ, ਮਇਆ ਕੀਨ ਸੋ ਪੈ ਸੋ ਲੀਨੋ ਬਚਾਈ। ਗੋਬਿੰਦੇ ਮੁਕੰਦੇ ਆਨੰਦੇ ਅਨੂਪੇ, ਨਮਸਤੰ 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 ਸਰੂਪੇ। ਇਉਂ ਗਾਉਂਦਾ ਚੁੱਪ ਹੋ ਗਿਆ ਤੇ ਡੰਡੌਤ ਕਰਦਾ ਚਰਨੀ ਪੈ ਗਿਆ। ਫਿਰ ਉੱਠਿਆ ਤੇ ਬੇਨਤੀ ਕੀਤੀ, ਉਸ ਹੇ ਦਾਤਾ ਗੁਰੂ, ਹੁਣ ਆਪਣੀ ਸ਼ਰਨ ਵਿੱਚ ਨਿਵਾਸ ਬਖਸ਼ੋ। ਇਹ ਸੁਣ ਕੇ ਆਪ ਜੀ ਮੁਸਕਰਾਏ ਤੇ ਆਖਣ ਲੱਗੇ, ਚੰਗਾ ਮਾਈ ਦਾਸ, ਹੁਣ ਤੂੰ ਇੱਥੇ ਸਾਡੇ ਪਾਸ ਹੀ ਰਹੋ। ਪਾਰ ਬ੍ਰਹਮ ਪ੍ਰਭੂ ਦੇ ਦਰਸ਼ਨ ਇੱਥੇ ਹੀ ਹੋ ਜਾਣਗੇ, ਹੋਰ ਕਾਮਨਾ ਵੀ ਸਭ ਪੂਰਨ ਹੋ ਜਾਣਗੀਆਂ। ਪਰ 8 ਕੁ ਦਿਨਾਂ ਦਾ ਜੇ ਫਰਕ ਹੈ, ਤਦੋਂ ਤੇਰਾ ਰਹਿਬਰ ਪ੍ਰਗਟੇਗਾ, ਉਸ ਦੁਆਰਾ ਤੈਨੂੰ ਕਲਿਆਣ ਪ੍ਰਾਪਤ ਹੋਵੇਗਾ। ਮਾਈ ਦਾਸ ਨੇ ਆਗਿਆ ਸਿਰ ਧਰ ਮੰਨੀ। 8 ਦਿਨਾਂ ਨੂੰ ਗੋਇੰਦਵਾਲ ਵਿੱਚ ਇੱਕ ਹੋਰ ਕੌਤਕ ਵਰਤਿਆ। ਮਾਣਕ ਚੰਦ ਨਾਮੇ ਗੁਰੂ ਕਾ ਅਨੰਨ ਸਿੱਖ ਬਾਵਲੀ ਦੀ ਕਾਰ ਕਰਦਾ ਡੁੱਬ ਗਿਆ, ਤਾਂ ਬਾਵਲੀ ਤੋਂ ਕੱਢੇ ਗਏ ਦੇ ਸਰੀਰ ਨੂੰ ਸਤਿਗੁਰੂ ਜੀ ਨੇ ਜਿਉਂਦਾ ਕਰ ਦਿੱਤਾ। ਉਸ ਨੂੰ ਜਿਉੜਾ ਕਹਿ ਕੇ ਸੱਦਿਆ। ਮਾਣਕ ਚੰਦ ਗੁਰੂ ਕਾ ਅਨੰਨ ਸਿੱਖ ਸੀ, ਜੋ ਜੀਵਨ ਮਰਨ ਗੁਰੂ ਕੇ ਹੱਥ ਸਮਝਦਾ ਸੀ। ਬਾਵਲੀ ਖਣਦਿਆਂ ਅਖੀਰ ਤੇ ਇੱਕ ਕਰੋੜਾਂ ਦਾ ਕੜ ਆ ਗਿਆ, ਜੋ ਤਰੁੱਟਦਾ ਨਹੀਂ ਸੀ। ਸ੍ਰੀ ਗੁਰੂ ਜੀ ਨੇ ਮਾਣਕ ਚੰਦ ਨੂੰ ਕਿਹਾ, ਭਾਈ, ਤੂੰ ਸਵਾਸਾਂ ਨੂੰ ਸਾਧਿਆ ਹੋਇਆ ਹੈ, ਵੱਡਾ ਵਿਦਾਨ ਲੈ ਕੇ ਤੇ ਜਾ ਵੜ ਵਿੱਚ। ਤੇਰੇ ਵਿਦਾਨ ਦੀ ਸੱਟ ਨਾਲ ਕੜ ਟੁੱਟੇਗਾ। ਐਸਾ ਹੀ ਹੋਇਆ। ਕੜ ਟੁੱਟ ਕੇ ਜੋ ਪਾਣੀ ਅਸਗਾਹ ਫੁੱਟਿਆ, ਉਸ ਵਿੱਚ ਮਾਣਕ ਚੰਦ ਡੁੱਬ ਗਿਆ ਤੇ ਉਸ ਦਾ ਸਰੀਰ ਮੁਸ਼ਕਲ ਨਾਲ ਜਲ ਤੋਂ ਬਾਹਰ ਆਂਦਾ ਗਿਆ। ਗੁਰੂ ਜੀ ਨੂੰ ਖਬਰ ਹੋਈ ਕਿ ਮਾਣਕ ਡੁੱਬ ਮਰਿਆ ਹੈ। ਗੁਰੂ ਜੀ ਬੋਲੇ, ਮਾਣਕ ਤਾਂ ਜਿਉੜਾ ਹੈ, ਲੈ ਆਓ ਅਸਾਂ ਪਾਸ। ਜਦ ਲੈ ਆਏ, ਸਤਿਗੁਰ ਨੇ ਚਰਨ ਛੁਹਾਏ ਤੇ ਕਿਹਾ, ਉੱਠੋ ਜਿਉੜੇ, ਜਿਉ ਉੱਠੋ ਜਿਉੜੇ ਮਾਣਕ ਚੰਦ। ਤਦ ਉਹ ਵੱਲ ਉੱਠ ਬੈਠਾ। ਗੁਰੂ ਜੀ ਨੇ ਇਸ ਨੂੰ ਵਰਦਾਨ ਦਿੱਤੇ ਤੇ ਮੰਜੀ ਬਖਸ਼ੀ, ਭੁਗਤ ਮੁਕਤ ਜਗਤ ਤਾਰਨ ਦੀ ਸੱਤਿਆ ਦਿੱਤੀ। ਤਦੋਂ ਮਾਈ ਦਾਸ ਨੂੰ ਬੁਲਾ ਕੇ ਇਸ ਦੇ ਚਰਨੀ ਲਾਇਆ ਤੇ ਕਿਹਾ, ਮਾਈ ਦਾਸ, ਇਹ ਤੇਰਾ ਆਗੂ ਹੋਇਆ ਤੇ ਆਗਿਆ ਕੀਤੀ ਕਿ ਤੁਸੀਂ ਦੋਨੋਂ ਜਗਤ ਵਿੱਚ ਨਾਮ ਦਾ ਪ੍ਰਚਾਰ ਕਰੋ। ਸੋ ਦੋਵੇਂ ਆਪ ਤਰੇ ਤੇ ਅਨੇਕਾਂ ਦੇ ਤਾਰਕ ਬਣੇ, ਪਰ ਸਦਾ ਗੁਰੂ ਘਰ ਦੀ ਚਰਨ ਸ਼ਰਨ ਰਹੇ। ਮਾਣਕ ਚੰਦ ਦੀ ਔਲਾਦ ਦੇ ਵੈਰੋਵਾਲ ਰਹਿੰਦੇ ਹਨ ਤੇ ਜਿਉੜੇ ਥਾਵੇਂ ਕਹਿਲਾਉਂਦੇ ਹਨ। ਇਹਨਾਂ ਨੂੰ ਸਨਮਾਨ ਗੁਰੂ ਦੇ ਵੰਸ਼ਿਸ਼ ਬਾਵਿਆਂ ਵਾਲਾ ਮਿਲਦਾ ਹੈ। ਮਾਣਕ ਚੰਦ ਨੂੰ ਮੰਜੀ ਵੈਰੋਵਾਲ ਮਿਲੀ। ਮਾਈ ਦਾਸ ਮਾਣਕ ਚੰਦ ਦੀ ਸੋਭਤ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚਿਆ। ਇਸ ਦਾ ਪਿੰਡ ਮਾਝੇ ਵਿੱਚ ਨਰੋਲੀ ਨਾਮੇ ਹੈ। ਇਸ ਨੂੰ ਵੀ ਗੁਰੂ ਜੀ ਨੇ ਮੰਜੀ ਬਖਸ਼ੀ ਸੀ। ਇਸ ਦੀ ਗੱਦੀ ਜੋਧ ਨਾਮੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਦੱਸੀ ਦੀ ਹੈ। ਦੋਵੇਂ ਸੱਜਣ ਪਾਰਗ੍ਰਾਮੀ ਹੋਏ ਹਨ ਤੇ ਸਿੱਖੀ ਦਾ ਸੁੰਦਰ ਪ੍ਰਚਾਰ ਕਰਦੇ ਰਹੇ ਹਨ। ਪ੍ਰਸ਼ਨ ਹੁੰਦਾ ਹੈ ਕਿ ਕਿਉਂ ਮਾਈ ਦਾਸ ਨੂੰ ਆਪਣੇ ਤਾਰੇ ਇੱਕ ਪੂਰਨ ਗੁਰਸਿੱਖ ਦੇ ਹਵਾਲੇ ਕੀਤਾ ਤੇ ਉਸ ਦੀ ਅਗਵਾਈ ਵਿੱਚ ਤੋਰਿਆ। ਆਪ ਹੀ ਸਿੱਧਾ ਪਰਮ ਪਦ ਨੂੰ ਕਿਉਂ ਨਾ ਪਹੁੰਚਾਇਆ। ਗੁਰੂ ਕੀ ਗਤ ਗੁਰੂ ਜਾਣੇ। ਪਰ ਇਉਂ ਜਾਪਦਾ ਹੈ ਕਿ ਮਾਈ ਦਾਸ ਸਰਗੁਣ ਭਗਤੀ ਦਾ ਉਪਾਸ਼ਕ ਸੀ। ਉਸ ਨੂੰ ਨਿਰਗੁਣ ਦੀ ਉਪਾਸਨਾ ਵਿੱਚ ਪਾ ਕੇ ਪਰਮ ਪਦ ਤੇ ਪਹੁੰਚਾਉਣਾ ਸੀ। ਇਸ ਲਈ ਲੋੜ ਸੀ ਕਿ ਕਿਸੇ ਗੁਰੂ ਘਰ ਦੇ ਪਾਰਗ੍ਰਾਮੀ ਗੁਰਮੁਖ ਦੀ ਸੋਭਤ ਵਿੱਚ ਰਹੇ, ਉਸ ਦੇ ਸਹਾਰੇ ਨਾਲ ਨਿਰਗੁਣਤਾ ਵਿੱਚ ਸੁਰਤ ਨੂੰ ਲਿਜਾਵੇ। ਹਰ ਵੇਲੇ ਦਾ ਸਤਸੰਗ, ਵੇਲੇ ਵੇਲੇ ਦੀਆਂ ਲੋੜਾਂ ਦੇ ਉਪਦੇਸ਼ ਮਿਲਦੇ ਰਹਿਣ ਤੇ ਹਰ ਤਰ੍ਹਾਂ ਦੀ ਆਤਮਿਕ ਸਹਾਇਤਾ ਪਾ ਕੇ ਉਸ ਦਾ ਆਪਾ ਸਰਬ ਅਨ ਆਪੇ ਤੋਂ ਨਿਵਾਰਿਆ ਜਾ ਕੇ ਸਰਬ ਆਪੇ ਨੂੰ ਪ੍ਰਾਪਤ ਹੋਵੇ।
ਦੂਸਰੇ, ਸਤਿਗੁਰੂ ਜੀ ਨੇ ਡਿੱਠਾ ਹੋਣਾ ਹੈ ਕਿ ਆਪਣੀ ਪਹਿਲੀ ਕਰਨੀ ਕਿਰਤ ਦਾ ਕੁਛ ਮਾਣ ਇਸ ਦੇ ਅੰਦਰ ਅਜੇ ਸੀ। ਜੋ ਗੁਰਸਿੱਖ ਦੀ ਚਰਨੀ ਲਾਇਆ ਹਟੇਗਾ, ਗੁਰਸਿੱਖ ਜੋ ਹਉ ਅਤੀਤਤਾ ਵਿੱਚ ਵਿਚਰਦੇ ਹਨ, ਸਿੱਧੇ ਸਾਦੇ ਭਾਸਦੇ ਹਨ, ਪਰ ਅਸਲ ਵਿੱਚ ਕਰਨੀ ਕਰਮਾਂ ਆਦਿ ਦੇ ਅਭਿਮਾਨੀਆਂ ਤੋਂ ਬਹੁਤ ਉੱਚੇ ਹੁੰਦੇ ਹਨ। ਇਹ ਨਿਰਭਮਾਨੀ ਦੇ ਪਾਸ ਰਹਿ ਕੇ ਉਸ ਦੇ ਵਰਤੋਂ ਵਰਤਾਓ ਦੇ ਜੀਵਨ ਨੂੰ ਦੇਖ ਕੇ ਹੀ ਪ੍ਰਾਪਤ ਹੁੰਦੀ ਹੈ। ਮਾਣਕ ਚੰਦ ਪਾਸ ਵਕਤ ਵੀ ਚੋਖਾ ਸੀ, ਜੋ ਇਸ ਸੱਜਣ ਦੀ ਸੂਖਮ ਹਉ ਤੇ ਅਭਿਮਾਨ ਦੀ ਲੱਗ ਲਵੇੜ ਨੂੰ ਦੂਰ ਕਰਨ ਲਈ ਖਰਚ ਕਰ ਸਕਦਾ ਸੀ। ਤਦੇ ਰੋਜ਼ ਮੰਗੀਦਾ ਹੈ ਅਰਦਾਸੇ ਵਿੱਚ, ਗੁਰਮੁਖਾਂ ਦਾ ਮੇਲ, ਸਾਧ ਦਾ ਸੰਗ, ਸੇਈ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 13ਵੀਂ ਗੰਗੂ ਸ਼ਾਹ। ਜੋ ਪੁਰਖ ਵੱਡਾ ਵਪਾਰੀ ਹੋਵੇ, ਦੇਸ਼ ਦਸੌਰਾਂ ਵਿੱਚ ਜਗ੍ਹਾ ਜਗ੍ਹਾ ਵਪਾਰ ਦੀਆਂ ਦੁਕਾਨਾਂ ਹੋਸੂ, ਲੋਕਾਂ ਦੇ ਰੁਪਏ ਅਮਾਨੀ ਜਮ੍ਹਾਂ ਕਰੇ, ਇੱਕ ਥਾਂ ਤੋਂ ਦੂਸਰੀ ਥਾਂ ਹੁੰਡੀਆਂ ਕਰਕੇ ਭੁਗਤਾਵੇ, ਜਿਵੇਂ ਅੱਜ ਕੱਲ੍ਹ ਬੈਂਕ ਕਰਦੇ ਹਨ, ਉਸ ਨੂੰ ਅਗਲੇ ਸਮੇਂ ਕੋਠੀਦਾਰ ਕਹਿੰਦੇ ਸਨ। ਉਸ ਦੀਆਂ ਵਪਾਰ ਤੇ ਰੁਪਏ ਦੀ ਲੈਣ ਦੇਣ ਵਾਲੀਆਂ ਦੁਕਾਨਾਂ ਨੂੰ ਕੋਠੀ ਕਿਹਾ ਕਰਦੇ ਸਨ। ਇਸੇ ਤਰ੍ਹਾਂ ਦਾ ਇੱਕ ਵਪਾਰੀ ਲਾਹੌਰ ਵਿੱਚ ਸੀ। ਜ਼ਾਤ ਦਾ ਬੱਸੀ ਖੱਤਰੀ ਸੀ। ਨਾਮ ਇਸ ਦਾ ਗੰਗਾ ਦਾਸ ਸੀ। ਇਸ ਦਾ ਕਾਰ ਵਿਹਾਰ ਹਿੱਲ ਗਿਆ। ਇਹ ਸਭ ਕੁਝ ਗੁਆ ਕੇ ਲਾਹੌਰੋਂ ਉੱਠ ਟੁਰਿਆ। ਰਾਹ ਵਿੱਚ ਗੋਇੰਦਵਾਲ ਠਹਿਰ ਗਿਆ। ਗੁਰੂ ਕੇ ਦੁਆਰੇ ਦਰਸ਼ਨ ਕਰਨੇ ਲਈ ਗਿਆ। ਲੰਗਰ ਦਾ ਪ੍ਰਸ਼ਾਦ ਛਕ ਕੇ ਹਜ਼ੂਰੇ ਵਿੱਚ ਹਾਜ਼ਰ ਹੋਇਆ ਤੇ ਅਤ ਨਿਮਰਤਾ ਨਾਲ ਆਪਣੀ ਬਿਰਥਾ ਬਿਨੈ ਕੀਤੀ। ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਕਿ ਜਗਤ ਦੀ ਮਿੱਥਿਅਤਾ ਭਾਨ ਹੋਣ ਤੇ ਵੈਰਾਗ ਹੋਣਾ ਹੋਰ ਗੱਲ ਹੈ, ਪਰ ਕਦੇ ਕਦੇ ਪਦਾਰਥ ਹਾਨੀ ਨਾਲ ਵੀ ਚਿੱਤ ਦ੍ਰਵੀਭੂਤ ਹੋ ਕੇ ਵੈਰਾਗ ਜਿਹੇ ਵਿੱਚ ਹੋ ਜਾਂਦਾ ਹੈ। ਗੁਰੂ ਜੀ ਸਮਝਦੇ ਸਨ ਕਿ ਇਸ ਦਾ ਵੈਰਾਗ ਮਾਇਆ ਨਸ਼ਟ ਹੋਣ ਕਰਕੇ ਹੈ, ਪਰ ਉਸ ਦੀ ਹੀਣ ਦੁਖੀ ਦਸ਼ਾ ਤੇ ਪਰਮ ਨਿਮਰਤਾ ਦੇਖ ਕੇ ਪਸੀਜ ਪਏ ਤੇ ਵਾਕ ਕੀਤਾ, ਜਾਓ ਗੰਗੂ ਦਾਸ, ਦਿੱਲੀ ਜਾਓ ਤੇ ਉੱਥੇ ਜਾ ਕੇ ਕਾਰ ਵਿਹਾਰ ਜਾਰੀ ਕਰੋ। ਕੋਠੀਦਾਰੀ ਹੀ ਆਰੰਭ ਦੇ, ਤੈਨੂੰ ਭਾਗ ਲੱਗੇਗਾ, ਪਰ ਪਰਮੇਸ਼ਰ ਦੇ ਭਜਨ ਦਾ ਪਰਚਾ ਰੱਖਣਾ ਤੇ ਲੋੜਵੰਦ ਦੀ ਸਹਾਇਤਾ ਕਰਨੀ, ਕਿਰਤ ਕਮਾਈ ਵਿੱਚੋਂ ਪਰਮੇਸ਼ਰ ਅਰਥ ਖਰਚ ਕਰਨਾ। ਗੰਗੂ ਚਰਨਾਂ ਤੇ ਸਿਰ ਧਰ ਕੇ ਟੁਰ ਗਿਆ। ਦਿੱਲੀ ਜਾ ਕੇ ਦੁਕਾਨ ਪਾਈ। ਥੋੜੇ ਹੀ ਚਿਰ ਵਿੱਚ ਕੰਮ ਟੁਰ ਪਿਆ ਤੇ ਚਹਿਲ ਪਹਿਲ ਹੋ ਗਈ। ਜਦ ਕੁਝ ਸਮਾਂ ਬੀਤਿਆ ਤਾਂ ਦਿੱਲੀ ਦੇ ਇੱਕ ਲੋੜਵੰਦ ਬ੍ਰਾਹਮਣ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੇਰੀ ਕਾਕੀ ਦਾ ਵਿਆਹ ਹੈ ਤੇ ਮਾਇਆ ਹੈ ਨਹੀਂ, ਕੁਛ ਮਿਹਰ ਹੋ ਜਾਵੇ। ਗੁਰੂ ਜੀ ਨੇ ਲੋੜ ਵੇਖ ਕੇ ਗੰਗਾ ਦਾਸ ਵੱਲ ਦਿੱਲੀ ਇੱਕ ਚਿੱਠੀ ਲਿਖਵਾ ਘੱਲੀ ਕਿ ਇਸ ਬ੍ਰਾਹਮਣ ਨੂੰ ਮਾਇਆ ਦੇ ਕੇ ਇਸ ਦਾ ਕਾਰਜ ਸਵਾਰ ਦਿਓ। ਪਰ ਗੰਗਾ ਦਾਸ ਨੇ ਗੁਰੂ ਕੇ ਲਿਖੇ ਦੀ ਪ੍ਰਵਾਹ ਨਾ ਕੀਤੀ ਤੇ ਬ੍ਰਾਹਮਣ ਨਿਰਾਸ਼ ਹੋ ਕੇ ਗੁਰੂ ਕੇ ਚਰਨਾਂ ਵਿੱਚ ਫੇਰ ਹਾਜ਼ਰ ਹੋਇਆ ਤੇ ਗੰਗਾ ਦਾਸ ਦੀ ਬੇਪਰਵਾਹੀ ਦੱਸੀ। ਸਤਿਗੁਰੂ ਸੁਣ ਕੇ ਮੁਸਕਰਾਏ ਤੇ ਲੋੜਵੰਦ ਬ੍ਰਾਹਮਣ ਦੀ ਲੋੜ ਕਿਸੇ ਹੋਰ ਤੋਂ ਪੂਰੀ ਕਰਵਾ ਦਿੱਤੀ। ਉਧਰ ਗੰਗਾ ਦਾਸ ਦਾ ਕੰਮ ਫੇਰ ਵਿਗੜ ਗਿਆ ਤੇ ਦੁਆਲੇ ਤੱਕ ਨੌਬਤ ਪਹੁੰਚੀ। ਤਦ ਪਛੇਮਾਨ ਹੋਇਆ ਕਿ ਗੁਰੂ ਦਾਤੇ ਦਾ ਹੁਕਮ ਨਾ ਮੰਨਣੇ ਕਰਕੇ ਵਿਘਨ ਹੋਇਆ ਹੈ। ਤਦ ਫੇਰ ਗੋਇੰਦਵਾਲ ਆਇਆ, ਪਰ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਨਹੀਂ ਹੋਇਆ। ਲੰਗਰੋਂ ਪ੍ਰਸ਼ਾਦ ਛਕ ਲਵੇ ਤੇ ਦਿਨ ਭਰ ਬੌਲੀ ਦੀ ਸੇਵਾ ਕਰਦਾ ਰਹੇ। ਕਵੀ ਸੰਤੋਖ ਸਿੰਘ ਜੀ ਉਸ ਦੀ ਸੇਵਾ, ਪ੍ਰੇਮ ਤੇ ਬਖਸ਼ਿਸ਼ ਦਾ ਹਾਲ ਇਉਂ ਲਿਖਦੇ ਹਨ।
कैसो कहे न सुनहे बात, सेवा के तत्पर दिन रात। गुर सेवा को तप अस कीना, जग व्यवहार शोर सब दीना। होत भयो उत्साह विसाला, अंतर बृत टिक गी तिस काला। प्रेम प्रवाह बह्यो उर माही, चिंत कष्ट तृण ठहर्यो नाही। ज्यों ज्यों सुख प्राप्त पा उर को, त्यों त्यों से प्रेम भागुर को। मन में मूर्ता चल टिकाई, कबहू वहर पिखै गुर ताई। निस्दिन ध्यान टिकायो कैसे, जोगी की समाध होए जैसे। अतिशय खेच प्रेम जब कीन, रहयो गयंग न गुरु परबीन। दासन कै बस बिरद संभारा, वसी प्रेम ते निकट हकारा। मुस्काने गुर बाक बखाना, गंगो शाह आओ दुख हाना। पद पंकज पर सिर निज धर्यो, बहुर जोर कर आगे खर्यो। माया मगन बिखम में पयो, अपनो जान बख्श कर लयो। पद अर बिंद बिखै मुझ राखो, सेवक आओ बचन मुख पाखो। सुन सतगुर करना रस टरे, तत छिन मह निहाल तिस करे। वस्त्र बिस्द पहराए नवीन, मस्तक पर निज कर धर दीन। सत्य नाम मुख मंत्र कहायो, गंगू शाह कह नाम बुलायो। भुक्त मुक्त निध सिद्ध तोहि दीनी, ग्रह को गमनो आज्ञा कीनी। अपनी संगत की जय जाए, गुर सिक्खी की रीत चलाए। अजमत जुत कर कै सो पठायो, पाए बख्श पुन सीस निवायो। विदा होए कर सदन सिधारा, ध्यान हृदय सतगुर को तारा। बहु प्रकार की उस्तत करके, भयो के हाल सो अजमत तरकै। जाए सदन में संगत कीन, सतगुर नाम जपावन दीन। जिनको बचन कहे पुर जाए, होवत भये सिख समुदाय। अब लग तिनकै जाने जाए, कवि संतोख सिंह पूरन त्याए। सूचना ਗੰਗੂ ਸ਼ਾਹ ਦੀ ਗੱਦੀ ਪਿੰਡ ਦਾਊ, ਤਹਿਸੀਲ ਖਰੜ, ਜ਼ਿਲ੍ਹਾ ਅੰਬਾਲਾ ਵਿੱਚ ਹੈ, ਜੋ ਗੰਗੂ ਸ਼ਾਹੀਏ ਸਦਵਾਉਂਦੇ ਹਨ। ਇਹ ਪਹਿਲੋਂ ਗੜ੍ਹ ਸ਼ੰਕਰ ਦਾ ਰਹਿਣੇ ਵਾਲਾ ਸੀ ਤੇ ਵਪਾਰ ਲਾਹੌਰ ਕਰਦਾ ਸੀ। ਉੱਥੋਂ ਦਿਵਾਲੀਆ ਹੋ ਕੇ ਗੁਰੂ ਅਸੀਸ ਨਾਲ ਦਿੱਲੀ ਵਪਾਰ ਆਰੰਭਿਆ। ਫੇਰ ਉਜੜ ਕੇ ਚਰਨ ਸ਼ਰਨ ਆਇਆ ਤੇ ਘਾਲ ਕਰਕੇ ਨਾਮ ਨਾਲ ਰੰਗਿਆ ਗਿਆ। ਇਹ ਉੱਤਰ ਦੇ ਪਾਸੇ ਨਾਹਨ ਸਿਰਮੌਰ ਵੱਲ ਪ੍ਰਚਾਰ ਕਰਦਾ ਰਿਹਾ। ਇਸ ਦੇ ਵੰਸ਼ਜ ਵੀ ਚੰਗੇ ਹੋਏ ਹਨ। ਪੜੋਤਾ ਜਵਾਹਰ ਸਿੰਘ ਪ੍ਰਸਿੱਧ ਕਰਨੀ ਵਾਲਾ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 24ਵੀਂ। ਪਤੀ ਵਰਤਾ। ਇੱਕ ਕਥਾ ਇਹ ਵੀ ਚੱਲੀ ਆਉਂਦੀ ਹੈ ਕਿ ਬਾਵਲੀ ਦੀ ਸੇਵਾ ਵਿੱਚ ਇੱਕ ਮਾਈ ਕਾਬਲ ਤੋਂ ਆ ਕੇ ਸੇਵਾ ਕਰਦੀ ਸੀ ਤੇ ਅਥੱਕ ਸੇਵਾ ਸਿਰੇ ਚਾੜ੍ਹਦੀ ਸੀ। ਕਿਸੇ ਕਿਸੇ ਵੇਲੇ ਸੇਵਾ ਕਰਦੀ ਹੱਥ ਨੂੰ ਇਉਂ ਉਲਾਰਦੀ ਸੀ ਜਿਵੇਂ ਕਿਸੇ ਪੀਂਘੇ ਨੂੰ ਹਲੋਰਾ ਦਿੰਦੀ ਹੈ। ਪਤਾ ਕਰਨ ਤੇ ਸੰਗਤਾਂ ਨੂੰ ਥਹੁ ਪਿਆ ਕਿ ਇਹ ਮਾਈ ਆਪਣੇ ਘਰ ਛੱਡ ਆਏ ਬੱਚੇ ਦੇ ਪੀਂਘੇ ਨੂੰ ਹੁਲਾਰਾ ਦਿੰਦੀ ਹੈ। ਵਧੇਰੇ ਥਹੁ ਪਿਆ ਕਿ ਇਹ ਪਤੀ ਵਰਤਾ ਹੈ, ਇਹ ਗੁਰਮੁਖ ਹੈ, ਇਹ ਨਾਮ ਰਸੀਆ ਬਿਰਤੀ ਅਰੂੜ ਵਾਲੀ ਮਾਈ ਹੈ। ਇਸ ਦਾ ਪਤੀ ਬੜਾ ਗੁਰਮੁਖ ਕਰਨੀ ਵਾਲਾ ਸਿੱਖ ਹੈ। ਇਹ ਬੀਬੀ ਉਸ ਨੂੰ ਗੁਰਮੁਖ ਤੇ ਪਰਮੇਸ਼ਰ ਭਾਵਨਾ ਨਾਲ ਸੇਵਦੀ ਹੈ ਤੇ ਇਸ ਸੇਵਾ ਕਰਕੇ ਨਾਮਦਾਨ ਪਾ ਕੇ ਆਤਮ ਅਰੂੜ ਅਵਸਥਾ ਵਿੱਚ ਹੋ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 25ਵੀਂ। ਸ੍ਰੀ ਰਾਮਦਾਸ ਤੇ ਰਾਮਾ ਜੀ। ਸ੍ਰੀ ਗੁਰੂ ਅਮਰਦਾਸ ਜੀ ਦੀਆਂ ਦੋ ਕਾਕੀਆਂ ਸਨ। ਇੱਕ ਪਵਿੱਤਰ ਦੇਵੀ ਦਾ ਨਾਂ ਸੀ ਬੀਬੀ ਭਾਨੀ ਤੇ ਦੂਸਰੀ ਦਾ ਨਾਂ ਸੀ ਬੀਬੀ ਦਾਨੀ। ਬੀਬੀ ਭਾਨੀ ਦੇ ਘਰ ਵਾਲੇ ਦਾ ਨਾਮ ਸੀ ਜੇਠਾ, ਜੋ ਨਾਮ ਕਿ ਰਾਮਦਾਸ ਕਰਕੇ ਪ੍ਰਸਿੱਧ ਹੋ ਗਿਆ ਸੀ।
ਦੂਜੀ ਬੀਬੀ ਦੇ ਪਤੀ ਦਾ ਨਾਮ ਸੀ ਰਾਮਾ। ਬਾਵਲੀ ਦੀ ਸੇਵਾ ਵਿੱਚ ਦੋਏ ਘਾਲ ਕਰਦੇ ਸਨ। ਕਈ ਦਾਨਿਆਂ ਨੂੰ ਸ਼ੰਕਾ ਉੱਠ ਖਲੋਤੀ ਸੀ ਕਿ ਪਤਾ ਨਹੀਂ ਸਤਿਗੁਰੂ ਜੀ ਕਿਸ ਦੀ ਘਾਲ ਤੇ ਵਧੇਕ ਪ੍ਰਸੰਨ ਹਨ। ਉਹ ਸਮਝਦੇ ਸਨ ਕਿ ਸੇਵਾ ਕਰਨ ਵਿੱਚ ਜੋ ਘਾਲ ਜਾਂ ਮੁਸ਼ੱਕਤ ਦਾ ਹਿੱਸਾ ਹੈ, ਸਤਿਗੁਰੂ ਉਸ ਤੇ ਪ੍ਰਸੰਨ ਹੁੰਦਾ ਹੈ। ਪਰ ਸਤਿਗੁਰ ਦੀ ਪ੍ਰਸੰਨਤਾ ਮੁਸ਼ੱਕਤ ਦੇਣ ਕਿ ਲੈਣ ਵਿੱਚ ਨਹੀਂ ਸੀ ਹੁੰਦੀ। ਉਹ ਜਿਵੇਂ ਮਨ ਨੂੰ ਸਿਮਰਨ ਦੇ ਕੇ ਇੱਕ ਉੱਚੇ ਆਰੇ ਲਾ ਦਿੰਦੇ ਸਨ ਕਿ ਜਿਸ ਦੇ ਅਸਰ ਨਾਲ ਚਿੱਤ ਬ੍ਰਿਤੀ ਵਿੱਚ ਮਧਾਣੀ ਦੇ ਰਿੜਕੇ ਵਾਂਗੂ ਵਿਵੋਵਨਾ ਪੈ ਕੇ ਮਨ ਸਰੀਰ ਤੋਂ ਆਪ ਨੂੰ ਵੱਖ ਪ੍ਰਤੀਤ ਕਰਨ ਲੱਗ ਜਾਂਦਾ ਹੈ, ਤਿਵੇਂ ਸਤਿਗੁਰੂ ਕਦੇ ਸਰੀਰ ਨੂੰ ਕਾਰ ਦੇ ਦਿੰਦੇ ਸਨ ਕਿ ਇਸ ਦੇ ਕਰਨ ਵਿੱਚ ਮਨ ਉਤਸ਼ਾਹ ਵਿੱਚ ਜਾਵੇ ਤੇ ਸੱਚੇ ਖੇੜੇ ਦੀ ਨੀਂਹ ਬੱਝੇ। ਇੱਕ ਦਿਨ ਕੌਤਕੀ ਸਤਿਗੁਰੂ ਜੀ ਸਿੱਖਾਂ ਦੇ ਭਾਵ ਸਮਝ ਕੇ ਕਿਰਿਆ ਤੋਂ ਹੀ ਸਤਿ ਉਪਦੇਸ਼ ਨਿਰੂਪਣ ਕਰ ਦੇਣ ਲਈ ਬਣ ਰਹੀ ਬਾਵਲੀ ਦੇ ਪਾਸ ਆ ਗਏ। ਰਾਮੇ ਨੂੰ ਆਗਿਆ ਕੀਤੀ, ਇਮਾਰਤਬੰਦੀ ਦੇਖਣ ਲਈ ਇਸ ਟਿਕਾਣੇ ਥੜੀ ਬਣਾਓ, ਜਿੱਥੇ ਜਾ ਕੇ ਅਸੀਂ ਬੈਠ ਜਾਇਆ ਕਰੀਏ। ਥੜੀ ਇਸ ਨਮੂਨੇ ਦੀ ਬਣਾਓ। ਇਸੇ ਤਰ੍ਹਾਂ ਇੱਕ ਹੋਰ ਥਾਵੇਂ ਸ੍ਰੀ ਰਾਮਦਾਸ ਜੀ ਨੂੰ ਆਗਿਆ ਕੀਤੀ ਕਿ ਥੜੀ ਬਣਾਓ ਤੇ ਇਸ ਤਰ੍ਹਾਂ ਦੀ ਬਣਾਓ। ਅਗਲੇ ਦਿਨ ਦੋਏ ਥੜੀਆਂ ਬਣ ਗਈਆਂ। ਜਦ ਸੰਝਾਂ ਵੇਲੇ ਗੁਰੂ ਜੀ ਵੇਖਣ ਆਏ ਤਾਂ ਦੋਏ ਦੇਖ ਕੇ ਨਾਪਸੰਦ ਕੀਤੀਆਂ ਤੇ ਹੁਕਮ ਦਿੱਤਾ ਕਿ ਢਾਹ ਦਿਓ ਤੇ ਇਸ ਪ੍ਰਕਾਰ ਨਵੇਂ ਸਿਰੇ ਬਣਾਓ। ਦੂਜੇ ਦਿਨ ਫੇਰ ਦੇਖ ਕੇ ਢਾਉਣ ਤੇ ਨਵੇਂ ਸਿਰੇ ਉਸਾਰਨ ਦਾ ਹੁਕਮ ਦਿੱਤਾ। 5-6 ਦਿਨ ਬੀਤ ਗਏ। ਇਹੋ ਖੇਡ ਜਾਰੀ ਰਹੀ। ਕਿਸੇ ਸਿੱਖ ਨੇ ਰਾਮੇ ਨੂੰ ਪੁੱਛਿਆ, ਭਾਈ ਕੀ ਗੱਲ ਹੈ? ਤੁਸੀਂ ਸਾਰਾ ਦਿਨ ਮਿਹਨਤ ਕਰਕੇ ਬਣਾਉਂਦੇ ਹੋ, ਪਰ ਸੋਹਣੇ ਗੁਰੂ ਜੀ ਆ ਕੇ ਢਹਾ ਦਿੰਦੇ ਹਨ। ਰਾਮੇ ਨੇ ਕਿਹਾ, ਅਵਸਥਾ ਵਡੇਰੀ ਹੋ ਗਈ ਹੈ, ਯਾਦ ਨਹੀਂ ਨਾ ਰਹਿੰਦਾ। ਜਿਵੇਂ ਕਹਿ ਜਾਂਦੇ ਹਨ ਮੈਂ ਉਸਾਰਦਾ ਹਾਂ, ਪਰ ਅਗਲੇ ਦਿਨ ਹੋਰ ਕੁਛ ਦੱਸ ਕੇ ਢਹਾ ਦਿੰਦੇ ਹਨ। ਉਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ। ਜਦ ਸ੍ਰੀ ਰਾਮਦਾਸ ਜੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ, ਮੈਂ ਅਲਪਗ ਹਾਂ, ਕੁਛ ਨਾ ਕੁਛ ਗੱਲ ਸਮਝਣ ਵਿੱਚ ਉੱਕ ਜਾਂਦਾ ਹਾਂ। ਉਹ ਮਿਹਰ ਕਰਦੇ ਹਨ, ਖਫਾ ਨਹੀਂ ਹੁੰਦੇ, ਨਵੇਂ ਸਿਰੇ ਜੁਗਤਾਂ ਸਮਝਾਉਂਦੇ ਹਨ। ਮੈਂ ਫੇਰ ਬਣਾਉਂਦਾ ਹਾਂ। ਬਣਾਉਣਾ ਉਸਾਰਨਾ ਮੇਰੇ ਲਈ ਮੁਸ਼ੱਕਤ ਨਹੀਂ। ਜਦ ਹੁਕਮ ਹੁੰਦਾ ਹੈ ਬਣਾ, ਮੈਨੂੰ ਚਾਉ ਚੜ੍ਹ ਜਾਂਦਾ ਹੈ। ਜਦ ਹੁਕਮ ਹੁੰਦਾ ਹੈ ਢਾਹ, ਤਾਂ ਮੈਨੂੰ ਆਪਣੀ ਮੱਤ ਤੇ ਸ਼ੌਕ ਉਪਜਦਾ ਹੈ। ਪਰ ਗੁਰੂ ਜੀ ਢਹਿੰਦੀ ਵੇਖ ਕੇ ਖੁਸ਼ ਹੁੰਦੇ ਹਨ। ਉਹਨਾਂ ਦੀ ਖੁਸ਼ੀ ਵਿੱਚ ਮੈਂ ਖੁਸ਼ ਹੋ ਖਿੜ ਜਾਂਦਾ ਹਾਂ। ਮੇਰੀ ਖੁਸ਼ੀ ਕੋਈ ਨਹੀਂ, ਉਹਨਾਂ ਦੀ ਖੁਸ਼ੀ ਹੈ। ਜੇ ਉਸਰਵਾਉਂਦੇ ਖੁਸ਼ ਹੁੰਦੇ ਹਨ ਤਾਂ ਮੈਂ ਉਸਾਰ ਕੇ ਖੁਸ਼ੀ ਹੁੰਦਾ ਹਾਂ। ਜੇ ਢਹਾ ਕੇ ਤਾੜੀ ਮਾਰਦੇ ਤੇ ਹੱਸਦੇ ਹਨ ਤਦ ਉਹਨਾਂ ਦੀ ਖੁਸ਼ੀ ਮੈਨੂੰ ਖੁਸ਼ੀ ਵਿੱਚ ਪਾ ਦਿੰਦੀ ਹੈ। ਗੁਰੂ ਜੀ ਨੇ ਇਹ ਵਾਰਤਾ ਵਿੱਚ ਸਮੱਤ ਦਿੱਤੀ ਕਿ ਆਪਾ ਭਾਵ ਦੀ ਹੋਵੇ ਨਿਵਰਤੀ ਤੇ ਪ੍ਰੇਮ ਹੋਵੇ ਐਸਾ ਜੋ ਪ੍ਰੀਤਮ ਦੀ ਪ੍ਰਸੰਨਤਾ ਵਿੱਚ ਪ੍ਰਸੰਨ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।